मित्र प्यारे हाल मुरीदा दा कहना। नानक पाद पंकज बंदन पाद पंकज सिमरो अंगद दुख निकंद गुर अमरदास हृदय नित त्यागो हृदय नित। श्री गुरु रामदास गुण गाओ गुर अर्जन विघ्न के नासक विघ्न के। हर गोबिंद शुभ सुमत प्रकाशक श्री हर राय नमो कर जोरी नमो कर। श्री हर कृष्ण मनावो गुरु तेग बहादुर परम कृपाल जी परम। श्री गुरु गोबिंद सिंह बेसा तरो तराह पर पुन पुन सीसा जी पुन पुन। बंदों बार बार जगदीश एक ओंकार सतगुरु तेह प्रसाद सच होए। वाहेगुरु जी की फतेह है विघ्न विनाशन। वाहेगुरु जी की फतेह है विघ्न विनाशन सोए। श्री वाहेगुरु साहिब जी चौपाई तो सतगुर दैर पयो डार। सो जुग काजी रहो मस्त मार। इसी भात गुर 10 दिन रहियो तो सतगुर तह चलने चाहियो। वाहिगुरु जी का खालसा वाहिगुरु जी की फतेह। परम सन्मानयोग सतगुरु साहिब जी की साजी और निवाजी हुई गुरु स्वरूप गुरु खालसा साध संगत जी आप जी सरबत गुरसिख संगतां सतगुरु गरीब नवाज धन धन श्री गुरु ग्रंथ साहिब जी महाराज तिन्हां दे पवित्र चरणों पास जुड़ के गुरबाणी का अमृत रूप कीर्तन आप जी ने सरवण किया है। उपरंत लड़ीवार गुर इतिहास की विचार सरवण करने वास्ते गुरु प्रेम अंदर भिज बैठे हो। पूर्वले प्रकरणा विच आप जी ने सरवण किया सी सतगुरु सच्चे पातशाह कलगीधर दशमेश पिता धन गुरु गोबिंद सिंह साहिब जी महाराज आप जी दे वड्डे साहिबजादे बाबा अजीत सिंह जी शस्त्र पकड़ के मैदाने जंग विच आके वैरी नाल जूझदे हन। इहो जिहा भयंकर जंग उन्हां कीता तुरकां नूं वैरियां नूं इउं लगा जिवें आनंदपुर साहब का सारा दल सारी फौज उन्होंने टुट के पै गई होवे।
सवा लाख से एक लड़ाऊं तबै गोबिंद सिंह नाम कहाऊं। ਇਹ ਜੋ ਮਹਾਂਵਾਕ ਕਲਗੀਧਰ ਜੀ ਨੇ ਉਚਾਰਿਆ ਸੀ, ਬਾਬਾ ਅਜੀਤ ਸਿੰਘ ਜੀ ਨੇ ਇਸ ਮਹਾਂਵਾਕ ਨੂੰ ਚਮਕੌਰ ਦੇ ਮੈਦਾਨੇ ਜੰਗ ਵਿੱਚ ਸੱਚ ਕਰ ਵਿਖਾਇਆ। ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਉਪਰੰਤ ਬਾਬਾ ਜੁਝਾਰ ਸਿੰਘ ਜੀ ਗੁਰਦੇਵ ਪਿਤਾ ਜੀ ਤੋਂ ਆਗਿਆ ਲਈ ਸਤਿਗੁਰਾਂ ਨੇ ਆਪਣੇ ਕਮਰ ਕਸੇ ਦਾ ਗਾਤਰੇ ਦਾ ਸ਼ਸਤਰ ਦਿੱਤਾ। ਉਸ ਸ਼ਸਤਰ ਨਾਲ ਉਹਨਾਂ ਨੇ ਜੰਗ ਕੀਤਾ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਅਨੇਕਾਂ ਸਿੰਘ ਇੱਥੇ ਸ਼ਹੀਦ ਹੋਏ। ਸ਼ਾਮ ਦਾ ਸਮਾਂ ਹੋ ਗਿਆ। ਫੌਜਾਂ ਦੇ ਸਰਦਾਰ ਆਪਣੀਆਂ ਫੌਜਾਂ ਨੂੰ ਹੁਕਮ ਦੇ ਕਰਕੇ ਆਪ ਦੂਰ ਜਾ ਕੇ ਡੇਰੇ ਲਾ ਕੇ ਬਹਿ ਗਏ। ਫੌਜਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ। ਸੰਧਿਆ ਹੋ ਗਈ। ਕਲਗੀਧਰ ਜੀ ਨੂੰ ਖਾਲਸੇ ਨੇ ਜਾਣ ਦਾ ਹੁਕਮ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਭਾਈ ਸੰਤ ਸਿੰਘ ਜੀ, ਇਤਿਹਾਸ ਵਿੱਚ ਭਾਵੇਂ ਦੂਸਰਾ ਨਾਮ ਭਾਈ ਸੰਗਤ ਸਿੰਘ ਵੀ ਆਉਂਦਾ ਹੈ। ਜੈਸੇ ਕੋਈ ਆਖਦਾ ਹੈ ਕਿ ਭਾਈ ਸੰਗਤ ਸਿੰਘ ਨੂੰ ਮਹਾਰਾਜ ਨੇ ਖਾਲਸੇ ਪੰਥ ਦੇ ਵਿੱਚ ਗੁਰਿਆਈ ਬਖਸ਼ੀ, ਕਿਸੇ ਭਾਈ ਸੰਤ ਸਿੰਘ ਦਾ ਨਾਮ ਲਿਆ। ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਸੂਰਜ ਪ੍ਰਕਾਸ਼ ਵਿੱਚ। ਭਾਈ ਸਾਹਿਬ ਕਹਿੰਦੇ ਭਾਵੇਂ ਸੰਤ ਸਿੰਘ ਹੋਵਣ ਭਾਵੇਂ ਸੰਗਤ ਸਿੰਘ ਹੋਵਣ, ਹੈ ਦੋਨੇ ਗੁਰੂ ਕੇ ਸਿੱਖ, ਪਰ ਗੱਦੀ ਕਲਗੀਧਰ ਜੀ ਨੇ ਗੁਰਿਆਈ ਖਾਲਸੇ ਨੂੰ ਦਿੱਤੀ ਹੈ। ਭਾਵੇਂ ਸੰਤ ਸਿੰਘ ਨੂੰ ਮਿਲੀ ਹੋਵੇ ਤੇ ਭਾਵੇਂ ਸੰਗਤ ਸਿੰਘ ਨੂੰ ਮਿਲੀ ਹੋਵੇ, ਫਰਕ ਕੋਈ ਨਹੀਂ, ਪਰ ਗੁਰਿਆਈ ਮਿਲੀ ਖਾਲਸੇ ਨੂੰ। ਸਤਿਗੁਰੂ ਮਹਾਰਾਜ ਨੇ ਆਪਣੇ ਪਾਵਨ ਪਵਿੱਤਰ ਕਰ ਕਵਨਾਂ ਨਾਲ ਭਾਈ ਸੰਤ ਸਿੰਘ ਨੂੰ ਦਸਤਾਰ ਸਜਾਈ, ਗਾਤਰੇ ਦੇ ਸ਼ਸਤਰ ਪਹਿਨਾਏ, ਕਲਗੀ ਲਵਾਈ, ਤਿਆਰ ਬਰ ਤਿਆਰ ਕੀਤਾ। ਤਿਆਰ ਬਰ ਤਿਆਰ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੁਰਜੀਆਂ ਤੇ ਸਿੰਘ ਬਿਠਾਏ। ਖਾਲਸੇ ਨੂੰ ਨਮਸਕਾਰ ਕਰਕੇ ਗੁਰਿਆਈ ਦੇ ਕੇ, ਜਿਵੇਂ ਖਾਲਸੇ ਦਾ ਹੁਕਮ ਸੀ ਇੱਥੋਂ ਜਾਣ ਦਾ, ਸਤਿਗੁਰੂ ਸੋਚਦੇ ਵੀ ਕਿਸ ਤਰ੍ਹਾਂ ਜਾਇਆ ਜਾਏ। ਇਤਨੇ ਨੂੰ ਗਨੀ ਖਾਨ ਦਾ ਭਰਾ ਨਬੀ ਖਾਂ ਉੱਥੇ ਆਇਆ ਤੇ ਸਤਿਗੁਰੂ ਮਹਾਰਾਜ ਨੇ ਨਬੀ ਖਾਂ ਨੂੰ ਕਿਹਾ, ਭਾਈ ਸਾਨੂੰ ਇੱਥੋਂ ਲੈ ਕੇ ਚੱਲੋ। ਉਹਨਾਂ ਆਖਿਆ, ਮਹਾਰਾਜ ਜਿਵੇਂ ਤੁਹਾਡਾ ਹੁਕਮ ਹੈ। ਇਸ ਤਰ੍ਹਾਂ ਚਮਕੌਰ ਦੀ ਗੜੀ ਵਿੱਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਉਹਨਾਂ ਨੂੰ ਨਾਲ ਲਿਆ। ਬਾਹਰ ਨਿਕਲੇ ਗੜੀ ਵਿੱਚੋਂ। ਰਾਤ ਦਾ ਸਮਾਂ ਸੀ। 4 ਚੁਫੇਰੇ ਸਖਤ ਪਹਿਰਾ ਲੱਗਿਆ। ਸਤਿਗੁਰਾਂ ਨੇ ਤਾੜੀ ਮਾਰੀ, ਹਿੰਦ ਦਾ ਪੀਰ ਜਾ ਰਿਹਾ। ਰੌਲਾ ਪੈ ਗਿਆ ਉਹਨਾਂ ਵਿੱਚ, ਗੁਰੂ ਸਾਹਿਬ ਗਏ, ਗੁਰੂ ਸਾਹਿਬ ਗਏ। ਤੇ ਰੌਲੇ ਗੋਲੇ ਵਿੱਚ ਉਹ ਆਪਸ ਵਿੱਚ ਹੀ ਖੇਪੜਨ ਲੱਗ ਪਏ। ਮਹਾਰਾਜ ਇੱਥੋਂ ਨਿਕਲ ਗਏ। ਅੱਗੇ ਇੱਕ ਮਾਹੀ ਮੱਝਾਂ ਚਰਾਉਂਦਾ ਸੀ। ਉਸ ਮਾਹੀ ਨੇ ਗੁਰੂ ਸਾਹਿਬ ਨੂੰ ਵੇਖਿਆ, ਵੇਖ ਕੇ ਪਛਾਣ ਲਿਆ, ਲਾਲਚੀ ਹੋ ਗਿਆ, ਇਨਾਮ ਲਵਾਂਗਾ, ਇਹਨਾਂ ਦੀ ਸ਼ਿਕਾਇਤ ਕਰ ਦੇਣਾ। ਸਤਿਗੁਰਾਂ ਨੇ ਸੋਨੇ ਦੀਆਂ ਮੋਹਰਾਂ ਦਿੱਤੀਆਂ, ਭਾਈ ਕਿਉਂ ਰੌਲਾ ਪਾਉਣਾ। ਉਹਨੇ ਸੋਨੇ ਦੀਆਂ ਮੋਹਰਾਂ ਵੇਖੀਆਂ ਤੇ ਹੋਰ ਰੌਲਾ ਪਾ ਦਿੱਤਾ ਵੀ ਹੋਰ ਮਿਲ ਜਾਣਗੀਆਂ। ਗੁਰੂ ਸਾਹਿਬ ਸੋਚਣ ਲੱਗੇ ਵੀ ਇਹਦਾ ਲਾਲਚ ਵੱਧ ਗਿਆ। ਉਹ ਜਦੋਂ ਨਾ ਹਟਿਆ, ਸਮਝਾਉਣ ਦੇ ਬਾਵਜੂਦ, ਸੋਨੇ ਦੀਆਂ ਮੋਹਰਾਂ ਦੇਣ ਦੇ ਬਾਵਜੂਦ, ਗੁਰੂ ਸਾਹਿਬ ਵਧਿਆ ਤੇ ਮਹਾਰਾਜ ਨੇ ਖੰਜਰ ਮਾਰਿਆ ਤੇ ਉਹਦਾ ਸੋਧਾ ਲਾਇਆ। ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਗੁਲਾਬੇ ਦੇ ਖੂਹ ਤੇ ਜਾ ਬੈਠੇ ਮਹਾਰਾਜ। ਗੁਲਾਬਾ ਆਇਆ, ਆਪਣੇ ਗ੍ਰਹਿ ਵਿਖੇ ਮਹਾਰਾਜ ਨੂੰ ਲੈ ਕੇ ਗਿਆ। ਬੜੇ ਪ੍ਰੇਮ ਨਾਲ ਉਹਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ 10 ਕੁ ਦਿਨ ਕਲਗੀਧਰ ਦਸ਼ਮੇਸ਼ ਪਿਤਾ ਜੀ ਉਹਦੇ ਘਰ ਵਿਖੇ ਰਹੇ ਨੇ। ਸੁਆਓ ਅਗਲਾ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਈ ਇਸੇ ਭਾਂਤ ਗੁਰ 10 ਦਿਨ ਰਹਿਓ।
ਇਸ ਪ੍ਰਕਾਰ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਸਰਬੰਸਦਾਨੀ ਗਰੀਬ ਨਵਾਜ 10 ਦਿਨ ਭਾਈ ਗੁਲਾਬੇ ਦੇ ਘਰ ਵਿੱਚ ਰਹੇ ਹਨ। ਤੋ ਸਤਿਗੁਰ ਤਹਿ ਚੱਲਣਾ ਚਾਹਿਓ। 10 ਦਿਨਾਂ ਬਾਅਦ ਸਤਿਗੁਰੂ ਮਹਾਰਾਜ ਨੇ ਇੱਥੋਂ ਚੱਲਣ ਦੀ ਵਿਚਾਰ ਕੀਤੀ ਵੀ ਅੱਗੇ ਚਲਿਆ ਜਾਏ। ਗੁਲਾਬਾ ਵੀ ਡਰਿਆ ਹੋਇਆ ਸੀ। ਜਿਹੜਾ ਕੌਤਕ ਕੱਲ ਸਰਵਣ ਕੀਤਾ ਸੀ ਨਾ, ਮਹਾਰਾਜ ਨੇ ਚਟੰਗਾ ਝਟਕਾਇਆ, ਇਸੇ ਕਰਕੇ ਝਟਕਾਇਆ ਸੀ ਉਹਦੇ ਭੈ ਡਰ ਕਰਕੇ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਜਾਣਾ ਚਾਹੁੰਦੇ ਹਨ। ਤੋ ਪਟਾਨ ਸਹਿਤ ਸਜਦ ਰਲਵਾਇਓ। ਗੁਰੂ ਸਾਹਿਬ ਜੀ ਨੇ ਗਨੀ ਖਾਂ ਤੇ ਨਬੀ ਖਾਂ 2 ਪਠਾਨ ਨਾਲ ਸਨ। ਆਪਣੇ ਨਾਲ ਇੱਕ ਹੋਰ ਸੈਦ ਮੰਗਵਾ ਲਿਆ। ਇਤਿਹਾਸ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਦੀ ਗਵਾਹੀ ਭਰਨ ਵਾਸਤੇ ਗਿਆ ਸੀ ਨਾਲ। ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਇਹਨੂੰ ਮਹਾਰਾਜ ਨੇ ਬਾਅਦ ਵਿੱਚ ਬੁਲਾਇਆ ਸੀ, ਜਦੋਂ ਤੁਰਕਾਂ ਦੇ ਪਾਸ ਡੇਰਾ ਕੀਤਾ ਮਹਾਰਾਜ ਨੇ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਜਿਹੜਾ ਸੈਦ ਨਾਲ ਨਗਰਾਂ ਵਿੱਚ ਰਹਿੰਦਾ ਸੀ ਤੇ ਉਹਨੂੰ ਹਜ਼ੂਰ ਨੇ ਆਪਣੇ ਨਾਲ ਲੈ ਲਿਆ ਹੈ। ਸਤਿਗੁਰ ਕੋ ਬਾਣੋ ਬਟਵਾਇਓ। ਸਤਿਗੁਰ ਜੀ ਨੇ ਹੁਕਮ ਦਿੱਤਾ ਤੇ ਹਾਜੀਆਂ ਵਾਲਾ ਜਿਹੜਾ ਬਾਣਾ ਹੈ ਉਹ ਆਪਣੇ ਸਰੀਰ ਉੱਪਰ ਧਾਰਨ ਕਰ ਲਿਆ ਹੈ। ਡੋਲ ਹਾਜਨ ਕੇ ਲੈ ਬਣਵਾਏ। ਜਿਵੇਂ ਹਾਜੀਆਂ ਨੇ ਡੋਲ ਬਣਾਈ ਹੁੰਦੀ ਹੈ ਨਾ, ਭਾਵ ਜਿਵੇਂ ਹਾਜੀ ਹੁੰਦੇ ਨੀਲੇ ਰੰਗ ਦੇ ਬਸਤਰ ਪਹਿਨੇ ਹੁੰਦੇ। ਇੱਕ ਤਾਂ ਖਾਲਸਾਈ ਗੂੜਾ ਰੰਗ ਹੈ ਨਾ, ਉਹ ਨਹੀਂ, ਹਾਜੀਆਂ ਦਾ ਫਿੱਕਾ ਜਿਹਾ ਰੰਗ ਹੁੰਦਾ, ਫਿੱਕੇ ਜਿਹੇ ਰੰਗ ਦੇ ਨੀਲੇ ਕੱਪੜੇ ਹੁੰਦੇ ਨੇ ਉਹ ਪਾਉਂਦੇ ਨੇ। ਤੇ ਗੁਰੂ ਸਾਹਿਬ ਜੀ ਨੇ ਉਹਨਾਂ ਹਾਜੀਆਂ ਵਾਲਾ ਭੇਸ ਜਿਹੜਾ ਉਹ ਆਪਣੇ ਸਰੀਰ ਤੇ ਬਣਾ ਲਿਆ। ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਨੀਲੇ ਰੰਗ ਦੇ ਜਿਹੜੇ ਬਸਤਰ ਨੇ ਉਸ ਸਮੇਂ ਪਠਾਨ ਜਿਹੜੇ ਤੁਰਕ ਸਨ ਉਹ ਧਾਰਨ ਕਰਿਆ ਕਰਦੇ ਸਨ ਆਪਣੇ ਸਰੀਰ ਉੱਪਰ। ਸੋ ਇਸੇ ਪ੍ਰਕਾਰ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਨੀਲੇ ਬਸਤਰ ਸਰੀਰ ਤੇ ਧਾਰਨ ਕੀਤੇ, ਹਾਜੀਆਂ ਵਾਲਾ ਭੇਖ ਬਣਾ ਲਿਆ। ਗੁਰੂ ਸਾਹਿਬ ਜੀ ਨੇ ਨੀਲਾ ਬਾਣਾ ਪਹਿਨ ਲਿਆ ਤੇ ਜਿਹੜੇ ਕੇਸ ਸਨ ਜੂੜਾ ਖੋਲ ਕੇ ਤੇ ਪਿਛਲੇ ਪਾਸੇ ਸੁੱਟ ਲਏ ਤੇ ਉੱਪਰ ਦਸਤਾਰ ਦਾ ਜਿਹੜਾ ਮੁੰਡਾਸਾ ਉਹ ਮੜ ਲਿਆ ਹੈ। ਇਸੇ ਤਰ੍ਹਾਂ ਸਿੱਖਾਂ ਦਾ ਬਾਣਾ ਵੀ ਗੁਰੂ ਸਾਹਿਬ ਜੀ ਨੇ ਬਣਵਾ ਦਿੱਤਾ। ਅਸਤਾਵੈ ਉਹ ਜਿਹੜੇ ਮੰਜਾ ਚੁੱਕੇ ਪਲੰਘ ਚੁੱਕੇ ਚੱਲਦੇ ਨੇ। ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪਲੰਘ ਉਹਨਾਂ ਨੇ ਚੁੱਕ ਲਿਆ। ਗਨੀ ਖਾਂ ਤੇ ਨਬੀ ਖਾਂ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਗਨੀ ਨਬੀ ਖਾਂ ਮੂਹਰਲੇ ਪਾਸੇ ਲੱਗ ਗਏ, ਭਾਈ ਧਰਮ ਸਿੰਘ ਤੇ ਮਾਨ ਸਿੰਘ ਪਿਛਲੇ ਪਾਸੇ, ਤੇ ਭਾਈ ਦਇਆ ਸਿੰਘ ਨੇ ਚੌਰ ਫੜ ਲਿਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਚੱਲ ਪਏ ਹਨ। ਉੱਚ ਦਾ ਪੀਰ ਕਹਿਣ ਲੱਗ ਪਏ। ਮੁਲਤਾਨ ਦੇ ਵਿੱਚ ਇੱਕ ਸਥਾਨ ਹੈ, ਇੱਕ ਜਗ੍ਹਾ ਵੱਜਦੀ ਹੈ ਉੱਚ ਦੇ ਪੀਰਾਂ ਦੀ। ਉੱਥੋਂ ਦੇ ਰਹਿਣ ਵਾਲੇ ਪੀਰ ਉੱਚ ਦੇ ਪੀਰ ਵੱਜਦੇ ਨੇ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚ ਦਾ ਪੀਰ ਕਹਾਉਂਦੇ ਨੇ। ਜਦੋਂ ਵੀ ਬਾਜ਼ਾਰ ਵਿੱਚੋਂ, ਸੜਕਾਂ ਤੋਂ, ਗਲੀਆਂ ਵਿੱਚੋਂ ਨਿਕਲਦੇ, ਕੋਈ ਪੁੱਛਦਾ ਕੌਣ ਨੇ, ਕਹਿੰਦੇ ਜੀ ਉੱਚ ਦਾ ਪੀਰ ਹਨ। ਇਸ ਤਰ੍ਹਾਂ ਗਨੀ ਖਾਂ ਤੇ ਨਬੀ ਖਾਂ ਜਿਹੜੇ ਸਨ ਉਹ 2 ਨਾਲ ਸਨ, ਉਹ ਕਹਿੰਦੇ ਵੀ ਉੱਚ ਦੇ ਪੀਰ ਹਨ। ਇਸ ਪ੍ਰਕਾਰ ਜਿਵੇਂ ਮੁਲਤਾਨ ਦੇ ਵਿੱਚ ਜਗ੍ਹਾ ਹੈ ਉੱਚ ਦੇ ਪੀਰਾਂ ਦੀ, ਜਿਹੋ ਜਿਹਾ ਭੇਖ ਉੱਥੋਂ ਦੇ ਪੀਰਾਂ ਨੇ ਬਣਾਇਆ ਹੁੰਦਾ ਹੈ, ਮਹਾਰਾਜ ਕਲਗੀਧਰ ਜੀ ਨੇ ਉਸੇ ਤਰ੍ਹਾਂ ਉਹਨਾਂ ਦੇ ਵਾਂਗੂ ਆਪਣਾ ਭੇਖ ਬਣਾ ਲਿਆ। ਚਲਦਿਆਂ ਚਲਦਿਆਂ ਕਨੇਚ ਨਾਮ ਦਾ ਇੱਕ ਗ੍ਰਾਮ, ਇੱਕ ਪਿੰਡ ਸੀ। ਸਤਿਗੁਰੂ ਕਲਗੀਧਰ ਜੀ ਉੱਥੇ ਪਹੁੰਚੇ ਹਨ। ਜਦੋਂ ਸਤਿਗੁਰ ਜੀ ਚਮਕੌਰ ਸਾਹਿਬ ਤੋਂ ਬਾਹਰ ਨਿਕਲੇ ਨੇ, ਘੋੜਾ ਕੋਲ ਨਹੀਂ ਸੀ ਮਹਾਰਾਜ ਦੇ, ਤੇ ਗੁਲਾਬੇ ਕੋਲ ਵੀ ਗਏ, ਇੱਥੇ ਵੀ ਘੋੜਾ ਨਹੀਂ ਸੀ। ਕਨੇਚ ਨਗਰ ਵਿੱਚ ਜਦੋਂ ਪਹੁੰਚੇ, ਉਸ ਨਗਰ ਦੇ ਵਿੱਚ ਫਤਿਹ ਨਾਮ ਦਾ ਇੱਕ ਮਸੰਦ ਰਹਿੰਦਾ ਹੈ। ਸਤਿਗੁਰ ਜੀ ਨੇ ਫਤਿਹ ਨੂੰ ਬੁਲਾਇਆ ਤੇ ਕਹਿਣ ਲੱਗੇ ਵੀ ਭਾਈ ਅਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹਾਂ ਤੇ ਤੂੰ ਸਾਡੀ ਮਦਦ ਕਰ, ਕਿਸੇ ਤਰੀਕੇ ਨਾਲ ਇੱਥੋਂ ਸਾਨੂੰ ਅੱਗੇ ਭੇਜਣਾ ਕਰ। ਹਜ਼ੂਰ ਕਹਿੰਦੇ ਸਾਨੂੰ ਹੋਰ ਤਾਂ ਕੁਝ ਨਹੀਂ ਚਾਹੀਦਾ, ਤੇਰੇ ਘਰ ਵਿੱਚ ਨਾ ਇੱਕ ਘੋੜੀ ਹੈ ਤੇ ਉਹ ਘੋੜੀ ਸਾਨੂੰ ਦੇ ਦੇ।
ਅਸੀਂ ਘੋੜੀ ਚਾਹੁੰਦੇ ਆ, ਕਿਉਂਕਿ ਸਵਾਰੀ ਕਰਨੀ ਆ, ਸਾਡੇ ਕੋਲ ਘੋੜਾ ਆਦਿਕ ਨਹੀਂ ਹੈ। ਇਸ ਕਰਕੇ ਤੇਰੇ ਘਰ ਵਿੱਚ ਜਿਹੜੀ ਘੋੜੀ ਉਹ ਸਾਨੂੰ ਦੇ ਦੇ, ਤੇ ਅਸੀਂ ਤੈਨੂੰ ਮਾਇਆ ਦੇ ਦਿਆਂਗੇ, ਬਹੁਤੇ ਪਦਾਰਥ ਦੇ ਦਿਆਂਗੇ, ਸੋਨੇ ਦੀਆਂ ਮੋਹਰਾਂ ਦੇ ਦਿਆਂਗੇ। ਇਸ ਤਰ੍ਹਾਂ ਘੋੜੀ ਨਹੀਂ ਲੈ ਕੇ ਜਾਂਦੇ, ਮਾਇਆ ਦੇ ਕੇ ਘੋੜੀ ਲਵਾਂਗੇ। ਹੋਇਆ ਦਿਵਸ ਸੋ ਤਬ ਤੇ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਇਉਂ ਸਮਝ ਲਓ ਵੀ ਉਹਦੇ ਬੁਰੇ ਦਿਨ ਆ ਗਏ ਸਨ, ਮਾੜੇ ਦਿਨ ਆ ਗਏ ਸਨ। ਕਹਿਓ ਘੋੜੀ ਦੇ ਹਮ ਚੜੇ ਫਾਹੇ। ਉਹ ਕਹਿੰਦਾ ਮਹਾਰਾਜ ਘੋੜੀ ਦੇ ਕੇ ਮੈਂ ਫਾਹੇ ਥੋੜਾ ਚੜਨਾ, ਤੁਹਾਨੂੰ ਮੈਂ ਘੋੜੀ ਦੇ ਦਿੱਤੀ, ਤੇ ਜੇ ਤੁਰਕਾਂ ਨੂੰ ਪਤਾ ਲੱਗ ਗਿਆ ਨਾ, ਜਿਹੜੇ ਹਰ ਇੱਕ ਤੁਹਾਡੀ ਪੈੜ ਹਰ ਇੱਕ ਖੋਜ ਨੂੰ ਲੱਭ ਰਹੇ ਨੇ ਤੁਹਾਡੀ, ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਮੈਨੂੰ ਤਾਂ ਫਾਹੇ ਚਾੜ ਦੇਣਗੇ, ਮੈਨੂੰ ਮਾਰ ਦੇਣਗੇ। ਸਤਿਗੁਰ ਐਸੇ ਉਸ ਕਰਿਓ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹਦੇ ਇਹੋ ਜਿਹੇ ਬਚਨ ਸੁਣੇ। ਸੋਚਿਆ ਵੀ ਹੈ ਤਾਂ ਗੁਰੂ ਘਰ ਦਾ ਮਸੰਦ, ਪਰ ਇਹਨੂੰ ਸਿਦਕ ਰੱਤੀ ਮਾਤਰ ਨਹੀਂ, ਅਜੇ ਵੀ ਤੁਰਕਾਂ ਤੋਂ ਡਰਦਾ ਗੁਰੂ ਘਰ ਦਾ ਸਿੱਖ ਹੋ ਕਰਕੇ। ਤੂੰ ਮਰਨੋ ਪਾਇਓ ਅਬ ਕਬ ਰਹਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਤੂੰ ਹਲੇ ਫਾਹੇ ਚੜ੍ਹਨਾ, ਫਾਹੇ ਚੜ੍ਹ ਕੇ ਮਰਨਾ ਤੇਰਾ ਰਹਿ ਗਿਆ, ਕਿਉਂਕਿ ਉਹਨੇ ਆਪ ਕਹਿ ਦਿੱਤਾ ਨਾ ਵੀ ਤੁਹਾਨੂੰ ਮੈਂ ਘੋੜੀ ਦੇ ਕੇ ਆ ਫਾਹੇ ਥੋੜਾ ਚੜ੍ਹਨਾ। ਤੇ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਭਾਈ, ਜੇ ਤੇਰੀ ਇਹੀ ਇੱਛਾ ਹੈ ਤੇ ਤੇਰੀ ਇੱਛਾ ਪੂਰੀ ਹੋ ਜਾਵੇਗੀ। ਹੋਰ ਜਾਏ ਪਾਏ ਚਰਿਓ। ਸਾਧ ਸੰਗਤ ਜੀ ਉਸ ਤੋਂ ਬਾਅਦ ਲਾਹੌਰ ਤੁਰ ਕੇ ਇਹਨੂੰ ਫੜ ਕੇ ਲੈ ਗਏ ਤੇ ਇਹਨੂੰ ਫਾਹੇ ਚਾੜਿਆ, ਤੇ ਜਿਹੜੀ ਘੋੜੀ ਸੀ ਉਹ ਵੀ ਮਰ ਗਈ। ਮਹਾਰਾਜ ਸਤਿਗੁਰੂ ਜੀ ਨੂੰ ਇਹਨੇ ਬਹਾਨਾ ਬਣਾਇਆ, ਇੱਕ ਦਾ ਪਾਸੇ ਕਹਿੰਦਾ ਨਾ ਵੀ ਮੈਂ ਫਾਹੇ ਥੋੜਾ ਚੜ੍ਹਨਾ ਤੁਰਕਾਂ ਦੇ, ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਆ ਘੋੜੀ ਥੋੜਾ ਮਹਾਰਾਜ, ਉਹ ਤਾਂ ਛੋਟਾ ਜਿਹਾ ਜੀਵ ਹੈ, ਛੋਟਾ ਜਿਹਾ ਜਾਨਵਰ ਹੈ, ਉਹ ਘੋੜੀ ਨਹੀਂ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਨਹੀਂ ਤੇ ਭਾਈ ਨਹੀਂ। ਘਰ ਗਿਆ ਤੇ ਸੱਪ ਨੇ ਡੰਗਿਆ ਤੇ ਉਹ ਮਰ ਗਈ, ਨਾ ਘੋੜੀ ਰਹੀ ਤੇ ਨਾ ਫਤਾ ਆਪ ਰਿਹਾ। ਸੋ ਇਸ ਕਰਕੇ ਭਾਈ ਜਿਨ੍ਹਾਂ ਨੂੰ ਗੁਰੂ ਕੇ ਬਚਨਾਂ ਤੇ ਪ੍ਰਤੀਤ ਨਹੀਂ ਹੁੰਦੀ, ਸਿਦਕ ਨਹੀਂ ਹੁੰਦਾ, ਉਹਨਾਂ ਨੂੰ ਅਜਿਹੀ ਸਜ਼ਾ ਹੀ ਪ੍ਰਾਪਤ ਹੁੰਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ, ਬਿਨ ਸਤਿਗੁਰੂ ਮੁਕਤ ਨਾ ਪਾਵੇ, ਉਹ ਮੁਕਤੀ ਦੀ ਪ੍ਰਾਪਤੀ ਨਹੀਂ ਕਰਦਾ ਗੁਰੂ ਤੋਂ ਬਿਨਾਂ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਕਹਿਆ ਹੋਇਆ ਬਚਨ ਟਲਿਆ ਨਹੀਂ, ਜੋ ਹਜ਼ੂਰ ਨੇ ਕਹਿ ਦਿੱਤਾ ਉਹ ਸੱਤ ਹੋ ਗਿਆ ਹੈ। ਇਸ ਤਰ੍ਹਾਂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰ ਜੀ ਕਨੇਚ ਨਗਰ ਤੋਂ ਅੱਗੇ ਚੱਲ ਪਏ ਹਨ। ਦੁਰਾਹੇ ਦੇ ਨਜ਼ਦੀਕ ਆਏ, ਉੱਥੇ ਸਰਾਂ ਬਣੀ ਹੋਈ ਸੀ। ਅੱਜ ਵੀ ਤੁਸੀਂ ਜਾਓ ਨਾ ਜਦੋਂ ਦਿੱਲੀ ਨੂੰ, ਤੇ ਰਾਹ ਵਿੱਚ ਛੋਟੇ ਛੋਟੇ ਜਿਹੇ ਗੁੰਬਦ ਜੇ ਤੁਹਾਨੂੰ ਨਜ਼ਰ ਆਉਣਗੇ, ਛੋਟੇ ਛੋਟੇ ਸੜਕ ਦੇ ਵਿੱਚ ਘਰ ਹੋਣ, ਕਿਤੇ ਸਾਈਡ ਤੇ ਨੇ ਕਿਤੇ ਵਿੱਚ ਨੇ, ਛੋਟੀਆਂ ਛੋਟੀਆਂ ਇੱਟਾਂ ਦੇ ਬਣੇ ਹੋਏ ਨੇ। ਇਹਨਾਂ ਚੌਂਕੀਆਂ ਬਣਾਈਆਂ ਹੋਈਆਂ ਸਨ ਉਹਨਾਂ ਨੇ, ਤੇ ਇਹ ਚੌਂਕੀਆਂ ਜਿਹੜੀਆਂ ਬਣਾਈਆਂ ਸੀ ਸ਼ੇਰਸ਼ਾਹ ਸੂਰੀ ਨੇ ਬਣਾਈਆਂ ਸਨ। ਰਾਹ ਦੇ ਵਿੱਚ ਜਦੋਂ ਵੀ ਕੋਈ ਚਿੱਠੀ ਪੱਤਰ ਭੇਜਣਾ ਹੁੰਦਾ ਸੀ, ਇਸ ਤਰ੍ਹਾਂ ਉਹ ਰਾਹ ਵਿੱਚ ਚੌਂਕੀਆਂ ਬੈਠੀਆਂ ਹੁੰਦੀਆਂ ਸਨ, ਇੱਕ ਚੌਂਕੀ ਤੋਂ ਦੂਜੀ, ਦੂਜੀ ਤੋਂ ਤੀਜੀ ਚਿੱਠੀ ਇੱਦਾਂ ਦਿੱਲੀ ਪਹੁੰਚ ਜਾਂਦੀ ਸੀ। ਇੱਕ ਜਣਾ ਨਹੀਂ ਸੀ ਲੈ ਕੇ ਜਾਂਦਾ, ਹਲਕਾਰੇ ਇੱਕ ਚੌਂਕੀ ਤੋਂ ਦੂਜੀ ਚੌਂਕੀ ਤੱਕ ਪਹੁੰਚਾ ਦਿੰਦੇ ਸਨ, ਉੱਥੋਂ ਅਗਾਂਹ ਜਾਂਦੀ ਸੀ। ਦਿੱਲੀ ਜਾਂਦਿਆਂ ਦਾਸ ਨੇ ਕਈ ਵਾਰੀ ਵੇਖਿਆ ਸਾਈਡ ਦੇ ਉੱਤੇ ਅਜੇ ਵੀ ਉਹਨਾਂ ਦੇ ਥੋੜ੍ਹੇ ਥੋੜ੍ਹੇ ਨਿਸ਼ਾਨ ਹਨ, ਤੇ ਜਿਵੇਂ ਕਿਲੇ ਬਣੇ ਹੋਏ ਨੇ ਅੱਜ ਵੀ ਥੋੜ੍ਹੇ ਬਹੁਤੇ ਸੜਕਾਂ ਦੇ ਉੱਤੇ ਕਿਲੇ ਵੀ ਹਨ, ਤੇ ਉਹ ਕਿਲੇ ਵੀ ਜਿਹੜੇ ਉਹਨਾਂ ਨੇ ਆਪ ਬਣਾਏ ਸਨ, ਉਹ ਸਰਾਵਾਂ ਬਣਾਈਆਂ ਸਨ। ਉੱਥੇ ਰਾਜੇ ਮਹਾਰਾਜੇ ਲੰਘਦੇ ਆਰਾਮ ਕਰਦੇ ਸਨ। ਆਪਣੇ ਨਜ਼ਦੀਕ ਵੀ ਇੱਧਰ ਸ਼ੰਭੂ ਦੇ ਨਜ਼ਦੀਕ ਵੀ ਇੱਕ ਬਣਿਆ ਹੋਇਆ ਛੋਟਾ ਜਿਹਾ, ਅੱਜ ਵੀ ਹੈ, ਨਜ਼ਰ ਆਉਂਦੇ। ਉਹ ਛੋਟੀਆਂ ਛੋਟੀਆਂ ਇੱਟਾਂ ਦੇ ਪੁਰਾਣੇ ਬਣਾਏ ਹੋਏ ਸਨ ਮੁਗਲਾਂ ਨੇ। ਤੇ ਉੱਥੇ ਜਦੋਂ ਦਰਾਹੇ ਦੇ ਨਜ਼ਦੀਕ ਮਹਾਰਾਜ ਆਏ ਤੇ ਉੱਥੇ ਸਰਾਂ ਬਣੀ ਹੋਈ ਸੀ, ਤੇ ਉੱਥੇ ਔਰੰਗਜ਼ੇਬ ਨੇ ਫੌਜਾਂ ਬਿਠਾਈਆਂ ਸਨ, ਬੜੇ ਸਖਤ ਪਹਿਰੇ ਲਾ ਦਿੱਤੇ ਸਨ। ਜਦੋਂ ਪਛਾਣ ਹੋ ਗਈ ਨਾ ਭਾਈ ਸੰਤ ਸਿੰਘ ਦੀ ਔਰੰਗਜ਼ੇਬ ਨੂੰ, ਉਹਨੇ ਵੇਖ ਲਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਜੇ ਜਿਉਂਦੇ ਨੇ, ਉਹਨੇ ਹੁਕਮ ਕਰ ਦਿੱਤਾ ਸਖਤ ਪਹਿਰੇ ਲਾ ਦਿਓ ਵੀ ਕਿਤੇ ਨਿਕਲ ਨਾ ਜਾਣ। ਇਸ ਕਰਕੇ ਜਗ੍ਹਾ ਜਗ੍ਹਾ ਤੇ ਥਾਂ ਥਾਂ ਤੇ ਗੁਰੂ ਸਾਹਿਬ ਨੂੰ ਢੂੰਡਣ ਦੇ ਸਖਤ ਪਹਿਰੇ ਲੱਗੇ ਹੋਏ ਸਨ। ਤੇ ਦਰਾਹੇ ਦੇ ਨਜ਼ਦੀਕ ਜਿਹੜੀ ਸਰਾਂ ਆਈ, ਜਦੋਂ ਇੱਥੋਂ ਮਹਾਰਾਜ ਲੰਘਣ ਲੱਗੇ ਤੇ ਤੁਰਕਾਂ ਨੇ ਘੇਰ ਲਿਆ ਹੈ। ਉਹ ਕਹਿਣ ਲੱਗੇ ਵੀ ਇਹ ਕੌਣ ਨੇ? ਗਨੀ ਖਾਂ ਤੇ ਨਬੀ ਖਾਂ ਕਹਿਣ ਲੱਗੇ ਵੀ ਉੱਚ ਦੇ ਪੀਰ ਨੇ, ਕਹਿੰਦੇ ਤਲਾਸ਼ੀ ਹੋਵੇਗੀ ਇਹਨਾਂ ਦੀ। ਉਹ ਕਹਿਣ ਲੱਗੇ ਸਾਡੇ ਪੀਰ ਨੇ, ਇਹਨਾਂ ਦੀ ਤਲਾਸ਼ੀ ਤੁਸੀਂ ਕਿਵੇਂ ਲੈ ਸਕਦੇ ਹੋ? ਕਹਿੰਦੇ ਪਹਿਲਾਂ ਤਾਂ ਕਦੇ ਨਹੀਂ ਵੇਖੇ, ਕਹਿੰਦੇ ਮੱਕੇ ਤੋਂ ਹੱਜ ਕਰਕੇ ਆਏ ਨੇ।
ਤੇ ਉਹਨਾਂ ਦਾ ਜਿਹੜਾ ਸਰਦਾਰ ਸੀਗਾ ਉਹ ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰੋ, ਹਮ ਜ਼ਿਆਫਤ ਖਾਏ, ਤੁਸੀਂ ਸਾਡੀ ਜ਼ਿਆਫਤ ਖਾ ਕੇ ਜਾਣਾ, ਵੀ ਨਿਉਂਦਾ ਵੀ ਤੁਸੀਂ ਸਾਡੇ ਨਾਲ ਅੱਜ ਦੀ ਰਾਤ ਭੋਜਨ ਛਕ ਕੇ ਜਾਣਾ ਤੇ ਸਵੇਰੇ ਇੱਥੋਂ ਚਲੇ ਜਾਣਾ। ਅਬ ਇੱਕ ਰਾਤ ਇਹਾਂ ਰਹਿ ਜਾਏ। ਅੱਜ ਤੁਸੀਂ ਇੱਕ ਰਾਤ ਸਾਡੇ ਪਾਸ ਇੱਥੇ ਵਿਸ਼ਰਾਮ ਕਰੋ ਤੇ ਅਸੀਂ ਤੁਹਾਨੂੰ ਨਿਉਂਦਾ ਦਿੰਦੇ ਹਾਂ। ਸਦਿਅਤ ਪਠਾਨ ਇਮ ਗਲ ਬਾਮੰਗ। ਸਾਧ ਸੰਗਤ ਜੀ, ਉਹ ਜਿਹੜੇ ਪਠਾਨ ਸਨ ਉਹਨਾਂ ਨੇ ਇਸ ਪ੍ਰਕਾਰ ਉਹਨਾਂ ਨੂੰ ਇਹ ਬਚਨ ਕਹਿ ਦਿੱਤੇ ਹਨ। ਹਮਾਰੇ ਰੋਜੋ ਮੂੰਹ ਦਾਮੰਗ। ਕਹਿੰਦੇ ਠੀਕ ਹੈ, ਤੁਸੀਂ ਜ਼ਿਆਫਤ ਦੀ ਗੱਲ ਕਹਿੰਦੇ ਹੋ ਵੀ ਸਿਰ ਮੱਥੇ, ਪਰ ਸਾਡੇ ਜਿਹੜੇ ਪੀਰ ਜੀ ਨੇ ਨਾ ਇਹਨਾਂ ਨੇ ਰੋਜੇ ਰੱਖੇ ਹੋਏ ਨੇ। ਰੋਜੇ ਦਾ ਭਾਵ ਹੈ ਜਿਵੇਂ ਹਿੰਦੂ ਧਰਮ ਦੇ ਵਿੱਚ ਵਰਤ ਰੱਖਿਆ ਜਾਂਦਾ ਹੈ ਤੇ ਮੁਸਲਮਾਨ ਰੋਜੇ ਰੱਖਦੇ ਨੇ। ਸ਼ਬਦ ਦੋਨੇ ਅਲੱਗ-ਅਲੱਗ ਨੇ, ਪਰ ਇਸੇ ਤਰ੍ਹਾਂ ਹੀ ਆ ਵੀ ਉਹ ਸਵੇਰੇ ਭੋਜਨ ਨਹੀਂ ਛਕਦੇ, ਹਿੰਦੂ ਵਰਤ ਰੱਖਦੇ ਨੇ ਤੇ ਮੁਸਲਮਾਨ ਵੀ ਇੱਦਾਂ ਰੋਜੇ ਰੱਖਦੇ ਨੇ। ਤੇ ਉਹਨਾਂ ਨੇ ਆਖਿਆ ਵੀ ਪੀਰ ਜੀ ਨੇ ਵਰਤ ਰੱਖਿਆ ਹੋਇਆ, ਭਾਵੇਂ ਅੱਜ ਦਾ ਸਮਾਂ ਆ ਗਿਆ ਸਾਡੀਆਂ ਸਿੱਖ ਬੀਬੀਆਂ ਵੀ ਵਰਤ ਬਹੁਤ ਰੱਖਦੀਆਂ ਨੇ ਬੜੇ ਚਾਅ ਨਾਲ। ਭਾਈ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੋ, ਰੱਖੀ ਜਾਣ, ਤੁਹਾਨੂੰ ਕਿਉਂ ਐਵੇਂ ਵਕਤ ਪਿਆ ਹੋਇਆ? ਪਤਾ ਨਹੀਂ ਆ ਕਰਵਾ ਚੌਥ ਦਾ ਵਕਤ ਆਉਂਦਾ, ਝੱਲੇ ਹੋਏ ਹੁੰਦੇ ਨੇ। ਇਹ ਵਰਤ ਵੁਰਤ ਨੇ ਕੁਝ ਨਹੀਂ ਦੇਣਾ। ਕਬੀਰ ਸਾਹਿਬ ਨੂੰ ਪੜ੍ਹ ਲਿਓ, ਉਹਨਾਂ ਦੇ ਬਚਨ ਸ਼ਲੋਕਾਂ ਦੇ। ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦਹੀ ਹੋਏ ਕੈ ਆਉ ਤਰੈ ਸਹੈ ਭਾਰ ਮਨ ਚਾਰ। ਇਹਦਾ ਮਤਲਬ ਇਹ ਹੈ ਕਿ ਹਰੀ ਦਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ, ਨਾਰ ਦਾ ਭਾਵ ਇਸਤਰੀ, ਜਿਹੜੀ ਇਸਤਰੀ ਵਰਤ ਰੱਖਦੀ ਹੈ ਤੇ ਫਲ ਕੀ ਮਿਲਦਾ ਉਹਦਾ? ਗਦਹੀ ਹੋਏ ਕੈ ਆਉ ਤਰੈ, ਗਦੀ ਦੀ ਜੂਨੀ ਪ੍ਰਾਪਤ ਹੁੰਦੀ ਹੈ। ਮੇਰੇ ਨਹੀਂ ਕਬੀਰ ਸਾਹਿਬ ਦੇ ਬਚਨ ਨੇ, ਗੁੱਸਾ ਮਤ ਕਰਿਓ, ਬਾਣੀ ਦਾ ਹੁਕਮ ਅਟਲ ਹੈ। ਮੁੜ ਕੇ ਫਿਰ ਉਹਨੂੰ ਇਸੇ ਪ੍ਰਕਾਰ 4 ਮਣ ਭਾਰ ਹੀ ਸਹਿਣਾ ਪੈਂਦਾ ਹੈ। ਅਗਲੇ ਜਨਮ ਦੇ ਵਿੱਚ ਘੁਮਿਆਰ ਦੇ ਭਾਂਡੇ ਢੋਣੇ ਪੈਂਦੇ ਨੇ। ਹਰੀ ਦਾ ਸਿਮਰਨ ਜਿਹੜਾ ਸਭ ਤੋਂ ਉੱਤਮ ਹੈ। ਕਲਗੀਧਰ ਜੀ ਨੇ ਫਰਮਾਨ ਕੀਤਾ, ਗੁਰੂ ਕੇ ਸਿੱਖੋ ਵਰਤ ਰੱਖਣਾ। ਜਦੋਂ ਰਾਜੇ ਸ਼ਿਵਨਾਬ ਦੇ ਕੋਲ ਭਾਈ ਮਨ ਸੁਖ ਗਏ ਨਾ, ਉਹਨੇ ਵਰਤ ਰੱਖਿਆ ਹੋਇਆ ਸੀ। ਭਾਈ ਸਾਹਿਬ ਨੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦਿੱਤੀ ਤੇ ਉਹ ਕਹਿਣ ਲੱਗਾ ਵੀ ਤੁਸੀਂ ਸਾਡਾ ਹੁਕਮ ਨਹੀਂ ਮੰਨਿਆ, ਸਾਰਾ ਨਗਰ ਸਾਰਾ ਸੰਗਲਾ ਦੀਪ ਵਰਤ ਰੱਖੀ ਬੈਠਾ, ਤੁਸੀਂ ਚੁੱਲ੍ਹਾ ਬਾਲ ਲਿਆ। ਉਹ ਕਹਿੰਦੇ ਅਸੀਂ ਤਾਂ ਸਦਾ ਹੀ ਵਰਤ ਵਿੱਚ ਹਾਂ, ਥੋੜ੍ਹਾ ਖਾਣਾ ਇਹੀ ਵਰਤ ਹੈ, ਥੋੜ੍ਹਾ ਸੌਣਾ, ਥੋੜ੍ਹਾ ਬੋਲਣਾ, ਇਹ ਸਾਡਾ ਵਰਤ ਹੈ। ਤੇ ਭਾਈ ਸਾਹਿਬ ਕਹਿੰਦੇ ਸਿੱਖ ਵਿਕਾਰਾਂ ਵੱਲੋਂ, ਝੂਠ ਵੱਲੋਂ, ਨਿੰਦਿਆ ਵੱਲੋਂ, ਵਿਸ਼ੇ ਵਿਕਾਰਾਂ ਵੱਲੋਂ ਵਰਤ ਰੱਖਦਾ ਹੈ। ਬਾਹਰਲਾ ਤੁਹਾਡਾ ਵਰਤ ਕੀ ਰੱਖੇਗਾ? ਸ਼ਾਮ ਨੂੰ ਤਾਂ ਫਿਰ ਸਾਰਾ ਕੁਝ ਛਕ ਜਾਣਾ। ਵਰਤ ਦੀ ਰੀਤ ਤਾਂ ਚੱਲੀ ਸੀ ਕਿ ਵੀ ਸਰੀਰ ਨੂੰ ਇੱਕ ਦਿਨ ਭੋਜਨ ਤੋਂ ਰੈਸਟ ਮਿਲ ਜਾਏ, ਵੀ ਖਾਂਦਾ ਰਹਿੰਦਾ ਮਨੁੱਖ ਹਰ ਵਕਤ, ਵੀ ਇੱਕ ਦਿਨ ਸਰੀਰ ਨੂੰ ਰੈਸਟ ਮਿਲ ਜਾਏ। ਵਰਤ ਇਸ ਵਾਸਤੇ ਹੁੰਦਾ ਸੀ, ਪਰ ਹੌਲੀ ਹੌਲੀ ਉਹ ਧਰਮ ਦਾ ਇੱਕ ਅੰਗ ਬਣ ਗਿਆ। ਠੀਕ ਹੈ, ਜਿਹੜੇ ਰੱਖਦੇ ਉਹਨਾਂ ਨੂੰ ਮੁਬਾਰਕ, ਉਹਨਾਂ ਦੇ ਧਰਮ ਦਾ ਹਿੱਸਾ ਹੋਵੇਗਾ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ, ਖਾਲਸੇ ਪੰਥ ਦਾ ਇਹ ਕਰਮ ਨਹੀਂ, ਤੇ ਨਾ ਹੀ ਸਿੱਖ ਬੀਬੀਆਂ ਅਜਿਹਾ ਕਰਮ ਕਰਨ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪਠਾਨ ਉਹ ਕਹਿਣ ਲੱਗੇ ਕਿ ਸਤਿਗੁਰੂ ਸਾਡੇ ਉੱਚਦੇ ਪੀਰ ਜਿਹੜੇ ਨੇ ਉਹਨਾਂ ਨੇ ਰੋਜੇ ਰੱਖੇ ਹੋਏ ਹਨ। ਸੋ ਇਸ ਪ੍ਰਕਾਰ ਹਰ ਰੋਜ਼ ਸ਼ਾਮ ਨੂੰ ਕਹਿੰਦੇ ਰੋਜੇ ਖੋਲ੍ਹਦੇ ਹਨ ਤੇ ਹੱਥ ਦੇ ਵਿੱਚ ਇਹਨਾਂ ਨੇ ਤਸਬੀਹ ਪਕੜੀ, ਤਸਬੀਹ ਮਾਲਾ ਨੂੰ ਕਹਿੰਦੇ ਨੇ, ਤੇ ਮੁਖ ਦੇ ਰਾਹੀਂ ਅੱਲਾ ਅੱਲਾ ਜਪਦੇ ਰਹਿੰਦੇ ਨੇ ਤੇ ਥੋੜਾ ਬੋਲਦੇ ਰੱਬ ਦਾ ਨਾਮ ਜਪਦੇ ਹਨ। ਤੇ ਸਭ ਤੋਂ ਵੱਡੀ ਗੱਲ ਹੈ, ਇੱਕ ਜੋ ਸੇਤੀ ਰੋਜਾ ਖੋਲ੍ਹੈ। ਉਹ ਕਹਿਣ ਲੱਗੇ ਵੀ ਠੀਕ ਹੈ, ਜੇ ਰੋਜਾ ਰੱਖਿਆ ਹੋਇਆ ਹੈ ਤੇ ਸ਼ਾਮ ਨੂੰ ਤਾਂ ਰੋਜਾ ਖੋਲ੍ਹਣਗੇ। ਤੇ ਗਨੀ ਖਾਂ ਤੇ ਨਬੀ ਖਾਂ ਕਹਿਣ ਲੱਗੇ ਨਹੀਂ, ਰੋਜਾ ਤਾਂ ਖੋਲ੍ਹਦੇ ਨੇ ਪਰ ਇਹ ਛਕਦੇ ਕੁਝ ਨਹੀਂ, ਜੌਂ ਹੀ ਖਾਂਦੇ ਨੇ। ਇੱਕ ਜੌਂ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ, ਇਹ ਭੋਜਨ ਨਹੀਂ ਛਕਦੇ। ਤੇ ਸਾਧ ਸੰਗਤ ਜੀ, ਉਹਨਾਂ ਨੇ ਫਿਰ ਇਹ ਬਚਨ ਆਖਿਆ ਵੀ ਫਿਰ ਜੇ ਪੀਰ ਜੀ ਨਹੀਂ ਪ੍ਰਸ਼ਾਦਾ ਛਕਦੇ ਫਿਰ ਤੁਹਾਨੂੰ ਛਕਣਾ ਪਏਗਾ। ਇਸ ਕਰਕੇ ਔਰ ਮੁਰੀਦ ਖਾਏ ਜਾਹੇ ਜ਼ਰੂਰ। ਉਹ ਕਹਿੰਦੇ ਵੀ ਠੀਕ ਹੈ, ਅਸੀਂ ਹੋਰ ਜਿਹੜੇ ਮੁਰੀਦ ਹਾਂ ਅਸੀਂ ਜ਼ਰੂਰ ਜਾ ਕੇ ਤੁਹਾਡਾ ਨਿਉਂਦਾ ਮੰਨ ਕੇ ਲੰਗਰ ਛਕ ਲਵਾਂਗੇ। ਹੁਣ ਉੱਥੇ ਕਰਤਾਰ ਨੇ ਇਸ ਤਰ੍ਹਾਂ ਦੀ ਵਿਧੀ ਬਣਾ ਦਿੱਤੀ। ਮਹਾਰਾਜ ਨੇ ਦਾ ਸਾਧ ਸੰਗਤ ਪ੍ਰਸ਼ਾਦਾ ਛਕਣਾ ਨਹੀਂ ਸੀ, ਕਿਉਂਕਿ ਪਠਾਣਾ ਨੇ ਕਹਿ ਦਿੱਤਾ ਵੀ ਜੌਂ ਹੀ ਛਕਦੇ ਨੇ। ਹੁਣ ਉੱਥੇ ਜਿਹੜੇ ਨਾਲ ਸਿੱਖ ਸਨ, ਗਨੀ ਖਾਂ, ਨਬੀ ਖਾਂ, ਉਂਝ ਮੁਸਲਮਾਨ ਸਨ,
ਪਰ ਸਿੱਖਾਂ ਵਾਸਤੇ ਗੱਲ ਔਖੀ ਬਣ ਗਈ ਹੈ। ਤੋਹਰਾ ਤੋ ਸਿੱਖਨ ਕੋ ਖਾਇਓ ਅਬ ਹਮ ਕੇ ਭਾਵਗ ਹਵਾਲ। ਸਿੱਖ ਮਹਾਰਾਜ ਕਲਗੀਧਰ ਜੀ ਨੂੰ ਕਹਿਣ ਲੱਗੇ, ਸਤਿਗੁਰੂ ਹੁਣ ਸਾਡਾ ਕੀ ਹਾਲ ਹੋਵੇਗਾ ਵੀ ਸਾਨੂੰ ਇਹਨਾਂ ਤੁਰਕਾਂ ਦੇ ਨਾਲ, ਮਲੇਸ਼ੀਆਂ ਦੇ ਨਾਲ ਬਹਿ ਕਰਕੇ ਭੋਜਨ ਛਕਣਾ ਪਵੇਗਾ। ਅਬ ਤਰਕ ਹਮਾਰੋ ਕਿਮ ਰਹਿ ਗੁਰ ਸੋ ਹੋ ਜਗਨਾਰ। ਸਤਿਗੁਰੂ ਮਹਾਰਾਜ ਹੁਣ ਸਾਡਾ ਧਰਮ ਕਿਵੇਂ ਬਚੇਗਾ? ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡੀ ਆਪ ਜੀ ਮਦਦ ਕਰੋ, ਇੱਥੇ ਸਾਡਾ ਮਸਲਾ ਹੱਲ ਕਰੋ ਤੁਸੀਂ। ਕਿਉਂਕਿ ਤੁਰਕਾਣੀ ਜਿਹੜਾ ਭੋਜਨ ਹੈ, ਵੇਖੋ ਕਲਗੀਧਰ ਜੀ ਦਾ ਹੁਕਮ ਵੀ ਹੈ ਕਿ ਅਸਲ ਵਿੱਚ ਜਿਹੜਾ ਹਰ ਜਗ੍ਹਾ ਤੋਂ ਪ੍ਰਸ਼ਾਦ ਲੈ ਕੇ ਛਕ ਲੈਂਦਾ ਨਾ ਰਹਿਤਨਾਮਿਆਂ ਦਾ ਬਚਨ, ਉਹ ਸਾਡਾ ਸਿੱਖ ਹੀ ਨਹੀਂ। ਇਹ ਨਹੀਂ ਵੀ ਜਗ੍ਹਾ ਜਗ੍ਹਾ ਤੋਂ ਜਿੱਥੋਂ ਜੋ ਮਿਲਿਆ ਲੈ ਕੇ ਛਕ ਲਿਆ। ਮਹਾਰਾਜ ਨੇ ਕਿਹਾ ਵੀ ਮਰਿਆਦਾ ਨਾਲ ਘਰ ਵਿੱਚ ਲੰਗਰ ਤਿਆਰ ਕਰਕੇ ਮਰਿਆਦਾ ਨਾਲ ਸਿੱਖ ਨੇ ਲੰਗਰ ਛਕਣਾ ਹੈ। ਇਸ ਕਰਕੇ ਜਿੱਥੇ ਤੁਰਕਾਂ ਦੀ ਗੱਲ ਹੈ ਉਹਨਾਂ ਦਾ ਭੋਜਨ ਤਾਂ ਬਿਲਕੁਲ ਹੀ ਨਹੀਂ ਛਕਣਾ, ਇਹ ਹੁਕਮ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦਾ। ਉਹਦਾ ਕਾਰਨ ਕਿਉਂਕਿ ਕੁੱਠਾ ਮਾਸ ਆਦਿ ਕੋ ਬਣਾਉਂਦੇ ਨੇ, ਇਸ ਕਰਕੇ ਗੁਰੂ ਕੇ ਸਿੱਖ ਨੇ ਲੰਗਰ ਨਹੀਂ ਛਕਣਾ ਉਹਨਾਂ ਦਾ। ਸਿੱਖ ਕਹਿੰਦੇ ਮਹਾਰਾਜ ਇਸ ਤਰ੍ਹਾਂ ਹੁਣ ਸਾਡਾ ਧਰਮ ਕਿਵੇਂ ਬਚੇਗਾ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇਸ ਤਰ੍ਹਾਂ ਫਰਮਾਇਆ ਹੈ। ਸਤਿਗੁਰੂ ਜੀ ਕਹਿੰਦੇ, ਸਿੰਘੋ ਜਦੋਂ ਲੰਗਰ ਛਕੋਗੇ ਨਾ ਤੇ ਵਾਹਿਗੁਰੂ ਕਹਿ ਕੇ ਤੇ ਸਰਬਲੋ ਦੀ ਕਿਰਪਾਨ ਜਿਹੜੀ ਆ ਉਹ ਭੋਜਨ ਵਿੱਚ ਲੰਗਰ ਵਿੱਚ ਫੇਰ ਲੈਣੀ ਹੈ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਕੋਈ ਤੁਹਾਨੂੰ ਜ਼ੋਰ ਤੇ ਜ਼ੁਲਮ ਦੇ ਨਾਲ ਜੇ ਤੁਰਕ ਬਣਾਉਣਾ ਚਾਹੁੰਦਾ, ਇਦਾਂ ਕੋਈ ਤੁਰਕ ਨਹੀਂ ਬਣਦਾ। ਇਸੇ ਪ੍ਰਕਾਰ ਜਦੋਂ ਕੋਈ ਮਨੁੱਖ ਵਿਵਚਾਰ ਕਰਨ ਲੱਗ ਪੈਂਦਾ ਹੈ, ਪਰਾਇਆ ਤਨ ਗਮਨ ਕਰਦਾ ਨਾ ਤੁਰਕਣੀ ਨਾਲ, ਉਹ ਤੁਰਕ ਬਣਦਾ। ਇਸ ਕਰਕੇ ਭਾਈ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ ਤੇ ਮੰਦ ਕਰਮਾਂ ਤੋਂ ਬਚੋ। ਇਹ ਮਰਿਆਦਾ ਬਣਾਈ ਗੁਰੂ ਸਾਹਿਬ ਨੇ ਵੀ ਜਦੋਂ ਵੀ ਲੰਗਰ ਛਕਣਾ ਤੇ ਕਰਦ ਭੇਟ ਕਰਨੀ, ਕਿਰਪਾਨ ਭੇਟ ਕਰਨੀ। ਆਪਾਂ ਤਾਂ ਹੀ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ ਨਾ, ਤੇ ਸਾਧ ਸੰਗਤ ਉਹ ਸੀਤ ਪ੍ਰਸ਼ਾਦ ਹੈ। ਸ੍ਰੀ ਸਾਹਿਬ ਰਸਨਾ ਹੈ ਸਤਿਗੁਰੂ ਮਹਾਰਾਜ ਜੀ ਦੀ, ਤੇ ਉਹ ਜਿਹੜੀ ਰਸਨਾ ਦੇ ਨਾਲ ਇਸੇ ਪ੍ਰਕਾਰ ਮਹਾਰਾਜ ਭੋਗ ਲਾਉਂਦੇ ਨੇ ਤੇ ਸਰਬਲੋ ਵਿੱਚ ਇਹ ਬਚਨ ਆਉਂਦਾ। ਕਈਆਂ ਨੇ ਆ ਜਿਹੜਾ ਭੋਗ ਲਾਉਂਦੇ ਆ ਨਾ ਕੜਾਹ ਪ੍ਰਸ਼ਾਦ ਨੂੰ, ਲੰਗਰ ਨੂੰ, ਇੱਥੇ ਵੀ ਕਿੰਤੂ ਪਰੰਤੂ ਕਰ ਦਿੱਤਾ ਲੋਕਾਂ ਨੇ ਵੀ ਇਹ ਕਿੱਦਾਂ ਗੁਰੂ ਸਾਹਿਬ ਨੂੰ ਪਹੁੰਚਦਾ ਹੈ। ਸਾਧ ਸੰਗਤ ਜੀ, ਸ੍ਰੀ ਸਰਬਲੋ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਇੱਛਾ ਰੂਪ ਭੋਗ ਲਾਉਂਦਾ ਪ੍ਰਸ਼ਾਦੇ ਨੂੰ, ਕੜਾਹ ਪ੍ਰਸ਼ਾਦ ਨੂੰ, ਉਹਦਾ ਇੱਛਾ ਰੂਪ ਭੋਗ ਹੁੰਦਾ ਤੇ ਇੱਛਾ ਰੂਪ ਭੋਗ ਦੇ ਨਾਲ ਹੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਸੀਤ ਪ੍ਰਸ਼ਾਦ ਬਣ ਜਾਂਦਾ ਹੈ। ਇੱਛਾ ਨਾਲ ਹੀ ਉਹ ਛਕ ਲੈਂਦੇ ਨੇ। ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ ਤਾਂ ਕਿ ਗੱਲ ਸਮਝ ਵਿੱਚ ਆ ਜਾਏ। ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਅਕਬਰ ਦੇ ਦਰਬਾਰ ਵਿੱਚ ਲਾਹੌਰ ਗਏ ਨਾ, ਕਾਜੀ ਮੁਲਾਣਿਆਂ ਨੇ, ਪੰਡਤਾਂ ਨੇ ਰਲ ਕੇ ਸ਼ਿਕਾਇਤ ਕੀਤੀ ਸੀ ਗੁਰੂ ਅਮਰਦਾਸ ਜੀ ਦੀ। ਪੰਡਤ ਕਹਿੰਦੇ ਸਨ ਮਹਾਰਾਜ ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ, ਵੇਦ ਸ਼ਾਸਤਰ ਨਹੀਂ ਪੜ੍ਹਦੇ, ਤੀਰਥਾਂ ਤੇ ਨਹੀਂ ਨਹਾਉਂਦੇ। ਅਕਬਰ ਨੇ ਮਹਾਰਾਜ ਨੂੰ ਨਿਉਂਦਾ ਭੇਜਿਆ ਵੀ ਤੁਸੀਂ ਆ ਕੇ ਇਹਨਾਂ ਦਾ ਜਵਾਬ ਦਿਓ। ਤੇ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ। ਉਦੋਂ ਗੁਰਤਾ ਗੱਦੀ ਤੇ ਅਜੇ ਬਿਰਾਜਮਾਨ ਨਹੀਂ ਸਨ ਹੋਏ। ਉੱਥੇ ਜਾ ਕੇ ਅਕਬਰ ਦੇ ਦਰਬਾਰ 'ਚ ਚਰਚਾ ਹੋਈ। ਗੁਰੂ ਰਾਮਦਾਸ ਮਹਾਰਾਜ ਨੇ ਪੰਡਤਾਂ ਨੂੰ ਨਿਰੁੱਤਰ ਕੀਤਾ। ਜਦੋਂ ਵਾਪਸ ਆਉਣ ਲੱਗੇ ਨਾ ਗੋਇੰਦਵਾਲ ਸਾਹਿਬ, ਤੇ ਪੈਸੇ ਜੇਬ ਵਿੱਚ ਨਹੀਂ ਸਨ, ਤੇ ਕਹਿੰਦੇ ਕਰੀਬਨ ਉਹਨਾਂ ਦੇ ਕੋਲ 1 ਟਕਾ ਸੀਗਾ। ਉਹਨਾਂ ਨੇ ਦੁਕਾਨ ਤੇ ਵੇਖਿਆ ਬੜੇ ਸੋਹਣੇ ਬਸਤਰ ਪਏ ਸਨ। ਮਨ ਕੀਤਾ ਵੀ ਮੈਂ ਇਹ ਬਸਤਰ ਗੁਰੂ ਸਾਹਿਬ ਨੂੰ ਭੇਟ ਕਰ ਦਿਆਂ, ਪਰ ਜੇਬ ਵਿੱਚ ਪੈਸੇ ਕੋਈ ਨਹੀਂ ਸਹੀ। ਉੱਥੇ ਹੀ ਉਹਨਾਂ ਨੇ ਨਾ ਨੇਤਰ ਬੰਦ ਕੀਤੇ, ਧਿਆਨ ਜੋੜਿਆ। ਧਿਆਨ ਜੋੜ ਕੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਬਸਤਰ ਪਹਿਨਾਉਣਾ ਸ਼ੁਰੂ ਕਰ ਦਿੱਤਾ। ਹੁਣ ਸਤਿਗੁਰੂ ਗੋਇੰਦਵਾਲ ਸਾਹਿਬ ਸਨ। ਭਾਈ ਸੰਤੋਖ ਸਿੰਘ ਲਿਖਦੇ ਮਹਾਰਾਜ ਆਪਣੇ ਤਖਤ ਉੱਪਰ ਬੈਠੇ ਹੋਏ, ਜਿਵੇਂ ਆਪਾਂ ਕੁੜਤਾ ਪਾਉਂਦੇ ਆ ਨਾ, ਕਦੀ ਸੱਜੀ ਬਾਂਹ ਉੱਪਰ ਕਰ ਲਈ, ਖੱਬੀ ਉੱਪਰ ਕਰ ਲਈ, ਤੇ ਇਸ ਤਰ੍ਹਾਂ ਕਰਨ ਮਹਾਰਾਜ। ਹੁਣ ਸਿੱਖਾਂ ਨੂੰ ਸਮਝ ਨਾ ਆਵੇ। ਸਿੱਖ ਕਹਿੰਦੇ ਮਹਾਰਾਜ ਇਹ ਕੀ ਕੌਤਕ ਹੈ। ਹਜ਼ੂਰ ਕਹਿੰਦੇ ਭਾਈ ਜੇਠਾ ਸਾਨੂੰ ਬਸਤਰ ਪਹਿਨਾ ਰਿਹਾ। ਇਹ ਹੁੰਦਾ ਇੱਛਾ ਤੇ ਅੰਦਰ ਦੀ ਭਾਵਨਾ, ਅੰਦਰ ਦਾ ਪ੍ਰੇਮ। ਹੁਣ ਜੇ ਕਦੇ ਪ੍ਰੇਮ ਕੀਤਾ ਹੋਵੇਗਾ ਇਦਾਂ ਦਾ ਤਾਂ ਹੀ ਗੱਲ ਸਮਝ ਵਿੱਚ ਆਵੇਗੀ ਨਾ।
ਇੱਥੇ ਤਾਈਂ ਤਾਂ ਆਪਾਂ ਪਹੁੰਚੇ ਹੀ ਕੋਈ ਨਹੀਂ। ਤਰਕ ਵਿੱਚ ਕਿੰਤੂ ਪਰੰਤੂ ਵਿੱਚ ਪੈ ਗਏ। ਤਰਕ ਨੇ ਨਰਕ 'ਚ ਪਹੁੰਚਾ ਦਿੱਤਾ ਸਾਨੂੰ। ਤਰਕ ਕਰ ਕਰਕੇ ਸਿੱਖ ਨਰਕਾਂ ਤੱਕ ਪਹੁੰਚ ਗਿਆ। ਬਸਤਰ ਪਹਿਨਾਇਆ ਤੇ ਇਸ ਤੋਂ ਅੱਗੇ ਗਏ ਤੇ ਉੱਥੇ ਬੇਮੌਸਮੇ ਅੰਬ ਪਏ ਸਨ। ਹੁਣ ਜਿਹੜੀ ਮਾਇਆ ਜੇਬ ਵਿੱਚ ਸੀ ਉਹਦੇ ਨਾਲ ਅੰਬ ਤਾਂ ਜ਼ਰੂਰ ਆ ਜਾਣਾ ਸੀ, ਉਹਨਾਂ ਅੰਬ ਖਰੀਦ ਲਿਆ। ਤੇ ਮੈਂ ਇਹ ਜਾ ਕੇ ਸਤਿਗੁਰਾਂ ਨੂੰ ਭੇਟ ਕਰਾਂਗਾ, ਬੇਮੌਸਮ ਅੰਬ ਸੀਗਾ। ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇੱਕ ਰਾਤ ਬਤੀਤ ਕੀਤੀ। ਹੱਥ ਦੀ ਗਰਮੀ ਨਾਲ ਉਹ ਅੰਬ ਜਿਹੜਾ ਸੀ ਨਾ ਪਿੱਲਾ ਹੋਣਾ ਸ਼ੁਰੂ ਹੋ ਗਿਆ। ਤੇ ਰਾਹ ਵਿੱਚ ਸੋਚਣ ਲੱਗੇ ਮਨਾ ਵੀ ਜੇ ਇਹ ਅੰਬ ਮੈਂ ਗੋਇੰਦਵਾਲ ਸਾਹਿਬ ਲੈ ਗਿਆ, ਇਹ ਤਾਂ ਜਾਂਦਿਆਂ ਜਾਂਦਿਆਂ ਖਰਾਬ ਹੋ ਜਾਣਾ। ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਿਆ ਤੇ ਅੰਬ ਆਪ ਚੂਪ ਲਿਆ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੇ, ਨਮਸਕਾਰ ਕੀਤੀ। ਸਤਿਗੁਰੂ ਕਹਿੰਦੇ ਪੁਰਖਾ ਭੇਟਾ ਨਹੀਂ ਕੋਈ ਲੈ ਕੇ ਆਇਆ? ਵੀ ਇੰਨੀ ਦੂਰ ਗਿਆ ਸੀ ਲਾਹੌਰੋਂ, ਕੁਝ ਲੈ ਕੇ ਨਹੀਂ ਆਇਆ? ਕਹਿੰਦੇ ਸਤਿਗੁਰੂ ਮਹਾਰਾਜ ਇੱਕ ਚੋਲਾ ਪਹਿਨਾਇਆ ਸੀ ਤੇ ਇੱਕ ਅੰਬ ਲੈ ਕੇ ਆਇਆ ਸੀ। ਰਾਹ ਵਿੱਚ ਤੁਹਾਡਾ ਨਾਮ ਲੈ ਕੇ ਛੱਕ ਗਿਆ, ਕਿਉਂਕਿ ਜੇ ਇੱਥੇ ਆਉਂਦਾ ਤੇ ਆਉਂਦਿਆਂ ਗਲ ਜਾਣਾ ਸੀ। ਮਹਾਰਾਜ ਭਾਈ ਬੱਲੂ ਨੂੰ ਕਹਿੰਦੇ, ਭਾਈ ਬੱਲੂ ਜੀ ਮਹਾਰਾਜ ਦੀ ਉਦੋਂ ਸੇਵਾ ਕਰਦੇ ਸਨ। ਆਖਦੇ ਨੇ ਬੱਲੂ ਜਾ ਗਿਟਕ ਲੈ ਕੇ ਆ। ਤੇ ਭਾਈ ਬੱਲੂ ਨੇ ਲਿਆ ਕੇ ਗਿਟਕ ਮੂਹਰੇ ਰੱਖ ਦਿੱਤੀ। ਮਹਾਰਾਜ ਕਹਿੰਦੇ ਪੁਰਖਾ ਅੰਬ ਤੂੰ ਛਕਿਆ ਸੀ, ਪਹੁੰਚ ਗਿਆ ਸਾਨੂੰ। ਇੱਕ ਹੋਰ ਐਗਜ਼ਾਮਪਲ, ਪੰਡਤਾਂ ਨੇ ਮਹਾਰਾਜ ਨੂੰ ਇਹ ਆਖਿਆ ਵੀ 33 ਕਰੋੜ ਦੇਵੀ ਦੇਵਤੇ ਨੇ, ਅਸੀਂ ਹਵਨ ਕਰਦੇ ਹਾਂ, ਉਹਨਾਂ ਦੀ ਪੂਜਾ ਕਰਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ 'ਚੋਂ ਕੋਈ ਪੂਜਾ ਨਹੀਂ ਕਰਦਾ ਕਿਸੇ ਦੇਵੀ ਦੇਵਤੇ ਦੀ, ਨਾ ਤੁਸੀਂ ਹਵਨ ਕਰਦੇ ਹੋ। ਇਸੇ ਤਰ੍ਹਾਂ ਕਈ ਪ੍ਰਕਾਰ ਦੇ ਜੀਵ ਹੁੰਦੇ ਨੇ, ਅੰਨ ਦੇ ਵਿੱਚ ਭੋਜਨ ਵਿੱਚ ਉਹ ਮਰ ਜਾਂਦੇ ਨੇ ਤੇ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਆ। ਪਾਵਨ ਦੀ ਪੂਜਾ ਹੋ ਗਈ। ਅੰਨ ਜਿਹੜਾ ਅੰਨ ਦੇਵਤਾ ਆਖਿਆ ਨਾ ਮਹਾਰਾਜ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਸਾਰੇ ਦੇਵਤੇ ਨੇ, ਇਹਨਾਂ ਦੀ ਪੂਜਾ ਨਹੀਂ ਕਰਦੇ। ਮਹਾਰਾਜ ਕਹਿੰਦੇ ਸਾਨੂੰ ਇਹਨਾਂ ਦੀ ਪੂਜਾ ਦੀ ਲੋੜ ਹੀ ਨਹੀਂ, ਸਾਨੂੰ ਇਹਨਾਂ ਦੀ ਪੂਜਾ ਦੀ ਲੋੜ ਹੀ ਨਹੀਂ। ਮੇਰੇ ਜਿਹੜੇ ਸਿੱਖ ਨੇ, ਕਿਉਂਕਿ ਤੁਸੀਂ ਹਵਨ ਕਰਦੇ ਹੋ ਤੇ ਉਹਨਾਂ ਨੂੰ ਸਾਰਾ ਕੁਝ ਪਹੁੰਚਾਉਂਦੇ ਹੋ। ਜਦੋਂ ਮੇਰੇ ਸਿੱਖ ਭੋਜਨ ਛਕ ਕੇ, ਭੋਜਨ ਛਕਣ ਵੇਲੇ, ਲੰਗਰ ਛਕਣ ਵੇਲੇ ਵਾਹਿਗੁਰੂ ਕਹਿੰਦੇ, ਮੈਨੂੰ ਸਾਰਾ ਕੁਝ ਪਹੁੰਚ ਜਾਂਦਾ, ਸਭ ਕੁਝ ਸਿੱਖਾਂ ਦਾ ਸਫਲ ਹੋ ਜਾਂਦਾ। ਉਹਨਾਂ ਨੂੰ ਦੇਵੀ ਦੇਵਤੇ ਦੇ ਪੂਜਾ ਕਰਨ ਦੀ ਲੋੜ ਨਹੀਂ। ਹੁਣ ਸਤਿਗੁਰਾਂ ਨੇ ਕੌਤਕ ਕਰਕੇ ਵਿਖਾਇਆ। ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ ਪਰਸੋਂ। ਸਤਿਗੁਰੂ ਜੀ ਨੇ ਲੰਗਰ ਛਕਿਆ, ਉਗਰਾ ਛਕਦੇ ਹੁੰਦੇ ਸਨ। ਉਬਲੇ ਹੋਏ ਚਾਵਲ ਜਿਹੜੇ ਹੁੰਦੇ ਨਾ, ਖਿਚੜੀ ਵਾਂਗੂ ਬਣਾ ਕੇ ਉਹ ਛਕਦੇ ਸਨ। ਕਹਿੰਦੇ ਉਹ ਵੀ ਉਹ ਲੂਣਾ ਹੀ ਹੁੰਦਾ ਸੀ, ਲੂਣ ਆਦਿਕ ਨਹੀਂ ਸੀ ਹੁੰਦਾ ਵਿੱਚ ਕੁਝ ਬਹੁਤਾ। ਉਗਰਾ ਛਕ ਕੇ ਤੇ ਚੂਲਾ ਕਰਨ ਲੱਗੇ ਨਾ, ਜਦੋਂ ਮਹਾਰਾਜ ਚੂਲਾ ਕਰਕੇ ਜਦੋਂ ਮੁੱਖ ਦਾ ਜਲ ਧਰਤੀ ਤੇ ਸੁੱਟਿਆ, ਸਿੱਖਾਂ ਨੂੰ ਕਹਿੰਦੇ ਇੱਧਰ ਆਓ। ਹੁਣ ਉੱਥੇ ਲੰਗਰ ਬਣਦਾ ਸੀ, 36 ਪ੍ਰਕਾਰ ਦੇ ਪਕਵਾਨ ਬਣਦੇ ਸੀ ਜਿਹੜੇ ਸਿੱਖ ਛਕਦੇ ਸਨ। ਭਾਈ ਸੰਤੋਖ ਸਿੰਘ ਜੀ ਲਿਖਦੇ, ਹਜ਼ੂਰ ਕਹਿਣ ਲੱਗੇ ਆ ਵੇਖੋ ਧਰਤੀ ਤੇ ਜਿੰਨੇ ਤੁਹਾਡੇ ਪਕਵਾਨ ਬਣੇ ਨੇ, ਕੱਲਾ ਕਿਣਕਾ ਹੈ ਕਿ ਨਹੀਂ ਹੈ। ਸਿੱਖਾਂ ਨੇ ਵੇਖਿਆ ਜਿਹੜੇ ਭੋਜਨ ਪਕਵਾਨ ਬਣਦੇ ਸੀ ਉਹ ਕਿਣਕੇ ਧਰਤੀ ਤੇ ਡਿੱਗੇ ਹੋਏ ਨੇ। ਜਦੋਂ ਮਹਾਰਾਜ ਨੇ ਚੋਲਾ ਕੀਤਾ, ਉਹ ਵੇਖ ਕੇ ਵਿਸਮਾਦ ਹੋ ਗਏ। ਇਹੀ ਖੇਡ ਹੈ ਗੁਰਮੁਖੋ। ਸਤਿਗੁਰੂ ਇੱਛਾ ਰੂਪ ਭੋਗ ਲਾਉਂਦੇ ਨੇ। ਇਤਿਹਾਸ ਵਿੱਚ ਬੜੀਆਂ ਉਦਾਹਰਨਾਂ ਨੇ ਇੱਦਾਂ ਦੀਆਂ। ਜੇ ਕਦੇ ਗਹਿਰਾਈ ਵਿੱਚ ਜਾ ਕੇ ਉਸ ਚੀਜ਼ ਨੂੰ ਸਮਝਾਂਗੇ ਫਿਰ ਪਤਾ ਲੱਗੇਗਾ। ਇੱਛਾ ਕਰ ਲੈਣੀ, ਇੱਛਾ ਨਾਲ ਹੀ ਭੋਗ ਲਾ ਦੇਣਾ। ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ ਇੱਛਾ ਦੇ ਨਾਲ। 5 ਸਿੰਘਾਂ ਦਾ ਪ੍ਰਸ਼ਾਦ ਕੱਢਿਆ ਜਾਂਦਾ, ਉਹ ਇੱਛਾ ਰੂਪ ਭੋਗ ਲਾਉਂਦੇ ਨੇ ਗੁਰੂ ਕੇ ਪਿਆਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਬਿਆ ਪ੍ਰਸ਼ਾਦ ਰੱਖਿਆ ਜਾਂਦਾ, ਗੁਰੂ ਸਾਹਿਬ ਨੂੰ ਭੇਟ ਕੀਤਾ ਜਾਂਦਾ, ਉਹ ਗੁਰੂ ਕਾ ਹਜ਼ੂਰੀਆ ਸਿੱਖ ਛਕਦਾ ਹੈ। ਇਸ ਕਰਕੇ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਖਾਲਸੇ ਨੂੰ ਕਿ ਗੁਰੂ ਕੇ ਖਾਲਸਿਓ, ਜਦੋਂ ਸਮਾਂ ਹੋਵੇ ਲੰਗਰ ਛਕਣਾ ਹੋਵੇ ਤੇ ਸਰਬਲੋਹ ਦੀ ਕਿਰਪਾਨ ਜਿਹੜੀ ਹੈ, ਦੂਜੀ ਨਹੀਂ, ਸਟੀਲ ਦੀ ਨਹੀਂ, ਸਟੀਲ ਦੀ ਤਾਂ ਕਿਰਪਾਨ ਪਾਉਣ ਦਾ ਹੀ ਹੁਕਮ ਨਹੀਂ ਮਹਾਰਾਜ ਦਾ। ਨਾ ਸਿੱਖ ਹੱਥ ਦੇ ਵਿੱਚ ਸਟੀਲ ਦਾ ਕੜਾ ਪਾਵੇ, ਨਾ ਕਿਰਪਾਨ ਪਾਵੇ। ਸਰਬਲੋਹ ਦੇ ਸ਼ਸਤਰ ਪਏ ਨੇ।
ਇਸ ਤਰ੍ਹਾਂ ਭਾਈ ਸਰਬਲੋ ਦੀ ਕਰਦ ਜਿਹੜੀ ਤੁਸੀਂ ਲੰਗਰ 'ਚ ਭੇਟ ਕਰ ਲੈਣੀ ਹੈ। ਇੱਕ ਹੋਰ ਗੱਲ ਕਰਤ ਪਤਿਆਇਓ। ਗੁਰੂ ਕੇ ਸਿੱਖੋ ਇੱਕ ਹੋਰ ਕੌਤਕ ਤੁਹਾਨੂੰ ਕਰਕੇ ਵਿਖਾਉਨੇ ਆ, ਤੇ ਤੁਹਾਡੇ ਮਨ ਦੇ ਵਿੱਚ ਤਸੱਲੀ ਹੋ ਜਾਏ, ਤੁਹਾਡਾ ਮਨ ਪਤੀਜ ਜਾਵੇ। ਪੱਲੇ ਬਾਦ ਕੁਝ ਖਾਣਾ ਲਾਇਓ। ਜਿਹੜਾ ਲੰਗਰ ਉੱਥੇ ਛਕੋਗੇ ਨਾ, ਜੇ ਤੁਹਾਡੇ ਮਨ 'ਚ ਕੋਈ ਸ਼ੰਕਾ ਰਹਿ ਜਾਏ ਤੇ ਤੁਹਾਨੂੰ ਇਸ ਤਰ੍ਹਾਂ ਅਸੀਂ ਤਸੱਲੀ ਕਰਾ ਦੇਵਾਂਗੇ, ਜਦੋਂ ਵਾਪਸ ਆਓਗੇ ਨਾ ਤੇ ਆਪਣੇ ਪੱਲੇ ਕੁਝ ਭੋਜਨ ਬੰਨ੍ਹ ਕੇ ਲੈ ਕੇ ਆਇਓ। ਜੇ ਤੁਮਰੇ ਕੁਝ ਮਨ ਸੰਕਾਏ। ਇਸ ਤੋਂ ਬਾਅਦ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਰਹਿ ਜਾਵੇਗਾ ਤੇ ਤੁਸੀਂ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ 5 ਚੁੱਭੇ ਲਾ ਲੈਣੇ ਨੇ। ਅੱਜ ਕੱਲ ਜਿਹੜੇ ਆਖਦੇ ਨਾ ਵੀ ਉਹ ਬਿਲਡਿੰਗ ਹੈ ਹਰਿਮੰਦਰ ਸਾਹਿਬ, ਆਹ ਬਚਨ ਸੁਣੋ ਜਿਹੜੇ ਸਰੋਵਰ ਤੇ ਕਿੰਤੂ ਪਰੰਤੂ ਕਰੀ ਜਾਂਦੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਖਾਲਸੇ ਦੀ ਸੁਪਰੀਮ ਕੋਰਟ ਹੈ, ਜਿੱਥੇ ਫੈਸਲਾ ਹੁੰਦਾ ਹੈ। ਸੁਪਰੀਮ ਕੋਰਟ ਦੇ ਵਿੱਚ ਬੰਦਾ ਜਾਂਦਾ ਨਾ ਜਦੋਂ ਗੁਨਾਹ ਕਰਦਾ, ਤੇ ਉੱਥੇ ਲੇਖਾ ਜੋਖਾ ਹੁੰਦਾ ਹੈ। ਜਦੋਂ ਕੋਈ ਗੁਨਾਹ ਹੋ ਜਾਏ ਤੇ ਖਾਲਸਾ ਜੀ ਉਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ, ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰੋ, ਸਰੋਵਰ 'ਚ ਇਸ਼ਨਾਨ ਕਰੋ, ਅਰਦਾਸ ਕਰੋ ਮਹਾਰਾਜ ਕਿਰਪਾ ਕਰੋ, ਹੁਣ ਆਪ ਜੀ ਇਹ ਲੇਖਾ ਜੋਖਾ ਸੰਭਾਲੋ, ਸਾਡੇ ਕੋਲੋਂ ਗਲਤੀ ਹੋ ਗਈ, ਸਾਡੀ ਗਲਤੀ ਮਾਫ ਕਰ ਦਿਓ। ਭਾਵੇਂ ਅਸਥਾਨ ਸਾਰੇ ਇੱਕ ਨੇ, ਪਰ ਉਹ ਸਾਡੀ ਸੁਪਰੀਮ ਕੋਰਟ ਹੈ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ। ਉੱਥੇ ਜਾ ਕੇ ਭਾਈ ਸਿੱਖੋ ਜੇ ਸ਼ੰਕਾ ਕੋਈ ਰਹਿ ਜਾਏ ਤੇ ਪ੍ਰੇਮ ਨਾਲ ਜਾ ਕੇ ਇਸ਼ਨਾਨ ਕਰ ਲਿਓ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਫਰਮਾਨ ਕਰਦੇ ਨੇ ਕਿ ਜਿਹੜਾ ਵੀ ਸਿੱਖ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਕਮਾਏ ਹੋਏ ਪਾਪ ਉਤਰ ਜਾਂਦੇ ਜਿਹੜੇ ਆ ਕੇ ਇੱਥੇ ਇਸ਼ਨਾਨ ਕਰਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਸਿੱਖਾਂ ਨੇ ਇਹ ਜਿਹੜਾ ਬਚਨ ਘੁੱਟ ਕੇ ਪੱਲੇ ਬੰਨ੍ਹ ਲਿਆ ਹੈ। ਉੱਥੇ ਜਾ ਕੇ ਜਦੋਂ ਪ੍ਰਸ਼ਾਦਾ ਛਕਣ ਦਾ ਸਮਾਂ ਆ ਗਿਆ, ਗਨੀ ਖਾਂ ਨਬੀ ਖਾਂ ਬਹਿ ਗਏ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਬਹਿ ਗਏ, ਤੇ ਭਾਈ ਮਾਨ ਸਿੰਘ ਜੀ ਇੱਕ ਸਿੱਖ ਦੇ ਸਾਹਮਣੇ, ਇੱਕ ਸਿੰਘ ਦੇ ਸਾਹਮਣੇ, ਜਿਹੜਾ ਸੂਬੇਦਾਰ ਕਹਿ ਲਓ ਜਾਂ ਉਹਨਾਂ ਦਾ ਫੌਜ ਦਾ ਲੀਡਰ ਕਹਿ ਲਓ, ਉਹ ਬਹਿ ਗਿਆ। ਹੁਣ ਸਿੱਖ ਦੇ ਸਨਮੁਖ ਸਿੱਖ ਬਹਿ ਗਿਆ, ਗਨੀ ਖਾਂ ਨਬੀ ਖਾਂ ਦੇ ਸਾਹਮਣੇ ਦੋਨੇ ਬਹਿ ਗਏ, ਪਰ ਇੱਕ ਸਿੰਘ ਦੇ ਸਾਹਮਣੇ ਉਹ ਕਮਾਂਡਰ ਆ ਕੇ ਬਹਿ ਗਿਆ ਫੌਜ ਦਾ ਵੀ ਪ੍ਰਸ਼ਾਦਾ ਛਕੀਏ। ਇੱਕ ਇੱਕ ਚੰਗੇਰ, ਇੱਕ ਇੱਕ ਵੱਡਾ ਥਾਲ ਜਿਹੜਾ ਸੀ ਉਹ ਮੂਹਰੇ ਰੱਖ ਲਿਆ ਉਹਨਾਂ ਨੇ, ਤੇ ਉਹ ਇੱਕ ਇੱਕ ਥਾਲ ਵਿੱਚ ਹੀ ਸਾਰਿਆਂ ਨੇ ਭੋਜਨ ਛਕਣਾ ਸੀਗਾ। ਤੇ ਸਿੰਘਾਂ ਨੇ ਫਿਰ ਵੇਖਿਆ, ਉਹਨਾਂ ਨੇ ਕਿਰਪਾਨ ਕੱਢੀ ਤੇ ਕਿਰਪਾਨ ਕੱਢ ਕੇ ਭੇਟ ਕਰ ਦਿੱਤੀ ਲੰਗਰ 'ਚ। ਜਦੋਂ ਹੁਣ ਕਿਰਪਾਨ ਭੇਟ ਕੀਤੀ, ਉਹ ਕਹਿਣ ਲੱਗਾ ਭੋਜਨ ਪਿੱਟ ਗਿਆ, ਅਪਵਿੱਤਰ ਕਰ ਦਿੱਤਾ, ਤੁਸੀਂ ਲੋਹਾ ਛੁਆ ਦਿੱਤਾ ਹੈ। ਤੇ ਉਸ ਵਕਤ ਫਿਰ ਭਾਈ ਦਇਆ ਸਿੰਘ ਜੀ ਨੇ ਬਚਨ ਉਹਨਾਂ ਨੂੰ ਕਹਿਣੇ ਕੀਤੇ ਹਨ। ਆਖਣ ਲੱਗੇ ਭਾਈ ਇਹ ਨਵੀਂ ਸ਼ਰ੍ਹਾ ਆਈ ਹੈ। ਸ਼ਰ੍ਹਾ ਦਾ ਆਖਰੀ ਅਰਥ ਹੈ ਮਰਿਆਦਾ, ਜਿਵੇਂ ਆਪਾਂ ਮਰਿਆਦਾ ਕਹਿੰਦੇ ਹਾਂ ਉਹ ਸ਼ਰ੍ਹਾ ਕਹਿ ਦਿੰਦੇ ਨੇ। ਇਸ ਪ੍ਰਕਾਰ ਇਹ ਨਵੀਂ ਸ਼ਰ੍ਹਾ ਕਹਿੰਦੇ ਆਈ ਹੈ। ਸਾਡੇ ਉੱਚ ਦੀ ਪੀਰ ਜਿਹੜੇ ਜਦੋਂ ਮੱਕੇ ਗਏ ਨਾ ਹਜ ਕਰਨ ਵਾਸਤੇ, ਉੱਥੋਂ ਹੀ ਨਵੀਂ ਰੀਤ ਚੱਲੀ ਆ, ਤੇ ਉਹਨਾਂ ਦਾ ਹੁਕਮ ਹੋਇਆ ਕਿ ਅੱਜ ਤੋਂ ਬਾਅਦ ਸਾਰੇ ਜਿਹੜੇ ਹਾਜੀ ਨੇ ਉਹ ਭੋਜਨ ਦੇ ਵਿੱਚ ਨਾ ਲੋਹਾ ਛੁਹਾ ਕੇ, ਕਿਰਪਾਨ ਛੁਹਾ ਕੇ ਛਕਿਆ ਕਰਨ। ਸਾਧ ਸੰਗਤ ਜੀ ਹੁਣ ਉੱਥੇ ਇੱਕ ਹੋਰ ਅਚਰਜ ਖੇਡ ਵਰਤੀ ਆ। ਜਦੋਂ ਕਹਿੰਦੇ ਉਹਨਾਂ ਨੇ ਭੋਗ ਲਾਇਆ ਨਾ, ਹੁਣ ਸਾਹਮਣੇ ਜਿਹੜਾ ਉਹ ਬੈਠਾ ਹੋਇਆ ਸੀ ਕਮਾਂਡਰ ਫੌਜ ਦਾ, ਜਦੋਂ ਉਹ ਭੋਜਨ ਛਕਦਾ, ਉਹਦੇ ਵਾਸਤੇ ਤਾਂ ਆਪਣਾ ਭੋਜਨ ਸੀ ਜਿਹੜਾ ਬਣਾ ਕੇ ਉਹ ਲੈ ਕੇ ਆਏ ਸੀ। ਤੇ ਜਦੋਂ ਸਿੱਖਾਂ ਨੇ ਪਰਾਤ ਖੋਲ੍ਹੀ ਉੱਪਰੋਂ, ਜਦੋਂ ਉਹਨੂੰ ਖੋਲ੍ਹਿਆ ਭੋਜਨ ਨੂੰ, ਤੇ ਸਿੱਖਾਂ ਨੂੰ ਇਉਂ ਨਜ਼ਰ ਆਇਆ ਕਿ ਜਿਵੇਂ ਕੜਾਹ ਪ੍ਰਸ਼ਾਦ ਹੋਵੇ। ਫਿਰ ਵੀ ਮਨ 'ਚ ਸ਼ੰਕਾ ਰਹਿ ਗਿਆ। ਉਹ ਭੋਜਨ ਪੱਲੇ ਬੰਨ੍ਹ ਕੇ ਮਹਾਰਾਜ ਦੇ ਕੋਲ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਆਖਿਆ, ਭਾਈ ਇਹ ਖੋਲ ਕੇ ਵਿਖਾਓ। ਇਸ ਤਰ੍ਹਾਂ ਪ੍ਰਾਤ ਹੁੰਦੇ ਆ ਜਦੋਂ ਸਵੇਰੇ ਉਹਨਾਂ ਨੇ ਉਹ ਭੋਜਨ ਦੀ ਪੋਟਲੀ ਖੋਲੀ ਹੈ। ਕੀ ਵੇਖਿਆ? ਉਹਦੇ ਵਿੱਚ ਕੜਾਹ ਚਾਵਲ ਸਨ, ਭਾਵ ਕੜਾਹ ਦਾ ਭਾਵ ਹੀ ਕੜਾਹ ਪ੍ਰਸ਼ਾਦੀ ਦੇਗ ਨਜ਼ਰ ਆਈ। ਮਹਾਰਾਜ ਕਲਗੀਧਰ ਜੀ ਨੇ ਕੌਤਕ ਕਰ ਵਿਖਾਇਆ ਆਪਣੇ ਸਿੱਖਾਂ ਨੂੰ, ਸਿੱਖੋ ਮਨ ਵਿੱਚ ਸ਼ੰਕਾ ਨਾ ਰੱਖਿਓ, ਆ ਤੁਸੀਂ ਛਕ ਕੇ ਆਏ ਹੋ ਉਹਨਾਂ ਦੇ ਪਾਸ। ਇਸ ਤਰ੍ਹਾਂ ਸਿੱਖਾਂ ਦਾ ਮਨ ਪਤੀਜ ਗਿਆ, ਬੜੇ ਪ੍ਰਸੰਨ ਹੋਏ ਹਨ।
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਇੱਥੋਂ ਚੱਲ ਕੇ ਉਹਨਾਂ ਨੇ ਆਖਿਆ, ਉਹ ਸ਼ੰਕਾ ਉਹਨਾਂ ਦਾ ਨਿਵਰਤ ਹੋ ਗਿਆ। ਉਹਨਾਂ ਨੂੰ ਇਹ ਸੀ ਵੀ ਕਿਤੇ ਗੁਰੂ ਸਾਹਿਬ ਨਿਕਲ ਨਾ ਜਾਣ ਇੱਥੋਂ। ਜਦੋਂ ਵੇਖਿਆ ਉਹਨਾਂ ਨੇ ਵਾਕਿਆ ਉਚਦੇ ਪੀਰ ਨੇ, ਤੇ ਉਹਨਾਂ ਨੇ ਆਖਿਆ ਮਹਾਰਾਜ ਤੁਸੀਂ ਅੱਗੇ ਜਾ ਸਕਦੇ ਹੋ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਇੱਥੋਂ ਅੱਗੇ ਚੱਲ ਕੇ ਤੇ ਮੋਹੀ ਨਾਮ ਦਾ ਇੱਕ ਨਗਰ ਹੈ, ਉਸ ਨਗਰ ਵਿੱਚ ਗਏ ਹਨ। ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਜਟਪੁਰ ਲੰਮੇ ਉਸ ਨਗਰ ਦੇ ਵਿੱਚ ਗਏ ਹਨ। ਕੋਟਕਪੁਰਾ ਦੇ ਵਿੱਚ ਵਸਾਇਆ ਹੋਇਆ ਇੱਕ ਨਗਰ ਹੈ, ਜਿਹੜਾ ਬਹਿਲੋਲ ਵੰਸ਼ੀ ਭਗਤੋ ਦਾ ਵਸਾਇਆ ਨਗਰ ਹੈ, ਜਟਪੁਰ ਲੰਮਾ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਇਸ ਤੋਂ ਬਾਅਦ ਮਹਾਰਾਜ ਸਤਿਗੁਰੂ ਜੀ ਇੱਥੋਂ ਚੱਲ ਕੇ ਕਾਂਗੜ ਦੇ ਇਲਾਕੇ ਵਿੱਚ ਪਹੁੰਚੇ ਨੇ, ਤੇ ਦੀਨੇ ਕੀ ਢਿੱਗ ਪਿੰਡ ਮੱਧੇ ਹੋਤੇ ਲਖੀਰ ਤੇ ਠਾਏ। ਉਹਦੇ ਨਾਲ ਇੱਕ ਹੋਰ ਪਿੰਡ ਸੀ ਦੀਨਾ, ਆਪਾਂ ਇਕੱਠਾ ਦੀਨਾ ਕਾਂਗੜ ਕਹਿੰਦੇ ਆ, ਤੇ ਕਾਂਗੜ ਦੇ ਨਾਲ ਦੀਨਾ ਪਿੰਡ ਪੈਂਦਾ ਹੈ, ਤੇ ਉੱਥੇ ਭਾਈ ਲਖਮੀਰ ਰਹਿੰਦਾ ਹੈ। ਇਸ ਤਰ੍ਹਾਂ ਜਿਹੜਾ ਲਖਮੀਰ ਸੀ ਉਹਦੇ ਚਬਾਰੇ ਵਿੱਚ ਸਤਿਗੁਰੂ ਮਹਾਰਾਜ ਜੀ ਜਾ ਕੇ ਬੈਠੇ। ਭਰਾ ਸਨ ਲਖਮੀਰ, ਸ਼ਮੀਰ ਤੇ ਇਸੇ ਪ੍ਰਕਾਰ ਤਖਤ ਮਲ, ਤਿੰਨ ਜਾਣੇ ਸਨ। ਉਹਨਾਂ ਦੇ ਗ੍ਰਹਿ ਵਿਖੇ ਮਹਾਰਾਜ ਨੇ ਚਰਨ ਪਾਏ, ਉਹਨਾਂ ਦੇ ਚਬਾਰੇ ਜਾ ਬੈਠੇ ਹਨ। ਲਖਮੀਰ ਤੇ ਸ਼ਮੀਰ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ ਹਨ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਬੜੀ ਖੁਸ਼ੀ ਬਖਸ਼ਿਸ਼ ਕੀਤੀ, ਬੜੀਆਂ ਦਾਤਾਂ ਮਿਹਰਾਮਤਾਂ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀਆਂ ਹਨ। ਸਤਿਗੁਰੂ ਮਹਾਰਾਜ ਜੀ ਨੇ ਹਕੀਕਤ ਜਿਹੜੀ ਸੀ ਉਹਨਾਂ ਨੂੰ ਆਖੀ ਹੈ। ਹਜ਼ੂਰ ਜੀ ਕਹਿਣ ਲੱਗੇ, ਲਖਮੀਰ ਅਸੀਂ ਕੁਝ ਦਿਨ ਤੇਰੇ ਘਰ ਦੇ ਵਿੱਚ ਟਿਕਣਾ ਚਾਹੁੰਦੇ ਹਾਂ, ਆਰਾਮ ਕਰਨਾ ਚਾਹੁੰਦੇ ਹਾਂ। ਜੇ ਤੂੰ ਆਪਣੇ ਘਰ ਵਿੱਚ ਸਾਨੂੰ ਟਿਕਾ ਲਏਗਾ, ਟਿਕਾਣਾ ਦੇ ਦੇਂਗਾ, ਤੇ ਕੁਝ ਕੁ ਦਿਨ ਅਸੀਂ ਇੱਥੇ ਰੁਕ ਜਾਵਾਂਗੇ। ਤੇ ਭਾਈ ਲਖਮੀਰ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੰਨੀ ਦੇਰ ਤੱਕ ਸਾਡਾ ਸੀਸ ਧੜ ਦੇ ਨਾਲ ਹੈ ਨਾ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਦੋਨੇ ਹੱਥ ਜੋੜ ਕੇ ਉਹਨਾਂ ਨੇ ਇਸ ਤਰ੍ਹਾਂ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜਿੰਨਾ ਤੁਹਾਡਾ ਚਿੱਤ ਚਾਹੁੰਦਾ ਹੈ, ਤੁਹਾਡਾ ਘਰ ਹੈ, ਤੁਹਾਡਾ ਹੀ ਆਪਣਾ ਸਥਾਨ ਹੈ, ਆਪ ਜੀ ਉਤਨੇ ਦਿਨ ਇਸ ਘਰ ਦੇ ਵਿੱਚ ਰਹਿਣਾ ਕਰੋ। ਸੋ ਲਖਮੀਰ ਦੇ ਘਰ ਵਿੱਚ ਜਾ ਕੇ ਨਾ ਕਲਗੀਧਰ ਜੀ ਪ੍ਰਗਟ ਹੋ ਗਏ। ਪਹਿਲਾਂ ਗੁਪਤ ਰਹੇ, ਉੱਥੇ ਮਹਾਰਾਜ ਸਤਿਗੁਰੂ ਜੀ ਜਾ ਕੇ ਪ੍ਰਗਟ ਹੋ ਗਏ ਹਨ। ਇਸ ਤਰ੍ਹਾਂ ਫਿਰ ਚਾਰ ਚਫੇਰੇ ਤੋਂ ਸਿੰਘਾਂ ਨੇ ਕਨਸੋਆ ਲੈਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਤੋਂ ਨਿਕਲੇ ਸਨ ਬਹੁਤ ਸਾਰੇ ਸਿੱਖ ਨਾਲ ਸਨ, ਤੇ ਉਹ ਬਾਅਦ ਵਿੱਚ ਗੁਰੂ ਸਾਹਿਬ ਜੀ ਨੂੰ ਢੂੰਡ ਵੀ ਰਹੇ ਸਨ ਵੀ ਗੁਰੂ ਸਾਹਿਬ ਕਿਹੜੇ ਪਾਸੇ ਗਏ। ਹੌਲੀ ਹੌਲੀ ਇਸ ਤਰ੍ਹਾਂ ਖੋਜ ਖਬਰ ਲੈ ਕਰਕੇ ਸਿੰਘ ਜਿਹੜੇ ਦੀਨੇ ਕਾਂਗੜ ਆਉਣ ਲੱਗੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ, ਹੁਣ ਕੁਝ ਕਥਾ ਭਾਈ ਤੁਸੀਂ ਇਹ ਸਰਵਣ ਕਰੋ ਜਿਹੜੀ ਪਿਛਲੇ ਸਿੱਖਾਂ ਦੇ ਨਾਲ ਹੋਈ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਆਪਾਂ ਸੁਣਿਆ, ਹੁਣ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਉੱਪਰ ਜਿਹੜਾ ਕਹਿਰ ਵਰਤਿਆ, ਜਿਹੜਾ ਜ਼ੁਲਮ ਉਹਨਾਂ ਪਾਪੀਆਂ ਨੇ ਕੀਤਾ ਹੈ, ਉਹ ਕਥਾ ਵੀ ਤੁਸੀਂ ਸਰਵਣ ਕਰੋ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਿੱਖਾਂ ਨੇ ਬੜਾ ਮਜ਼ਬੂਤ ਪੈਂਤੜਾ ਤਿਆਰ ਕੀਤਾ ਸੀ ਕਿ ਇਸ ਤਰ੍ਹਾਂ ਅਸੀਂ ਇੱਥੋਂ ਨਿਕਲ ਜਾਵਾਂਗੇ, ਭਾਵੇਂ ਵੈਰੀ ਜਿੰਨੇ ਮਰਜ਼ੀ ਨੇ। ਪਰ ਜਦੋਂ ਸਰਸਾ ਦੇ ਕੰਢੇ ਤੇ ਆਏ ਤੇ ਸਰਸਾ ਚੜੀ ਹੋਈ ਸੀ, ਉੱਥੇ ਆ ਕੇ ਸਾਰਾ ਪੈਂਤੜਾ ਸਿੰਘਾਂ ਦਾ ਜਿਹੜਾ ਸੀ ਉਹ ਹਿੱਲ ਗਿਆ ਹੈ। ਇਸੇ ਪ੍ਰਕਾਰ ਉੱਥੇ ਸਥਾਨ ਵੀ ਬਣਿਆ ਪਰਿਵਾਰ ਵਿਛੋੜਾ ਸਾਹਿਬ, ਕਿਉਂ ਮਹਾਰਾਜ ਕਲਗੀਧਰ ਜੀ ਦਾ ਜਿਤਨਾ ਪਰਿਵਾਰ ਸੀ ਖੇਰੂ ਖੇਰੂ ਹੋ ਗਿਆ, ਜਿਹਨੂੰ ਉੱਥੇ ਜਿਹੜਾ ਰਸਤਾ ਮਿਲਿਆ ਉਸੇ ਰਸਤੇ ਨੂੰ ਚਲਾ ਗਿਆ ਹੈ। ਹਾਲਾਂਕਿ ਸਤਿਗੁਰਾਂ ਨੇ ਹੁਕਮ ਵੀ ਦਿੱਤਾ ਸੀ ਕਿ ਭਾਈ ਰੋਪੜ ਜਾ ਕੇ ਮਿਲਾਂਗੇ ਆਪਾਂ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪ ਤਾਂ ਰੋਪੜ ਨੂੰ ਰੁਖ ਕੀਤਾ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਰੋਪੜ ਨੂੰ ਚਲੇ ਗਏ, ਪਰ ਪਰਿਵਾਰ ਜਿਹੜਾ ਰੋਪੜ ਤੱਕ ਪਹੁੰਚ ਨਹੀਂ ਸਕਿਆ। ਮਾਤਾ ਗੁਜਰੀ ਜੀ ਨੂੰ ਗੰਗੂ ਲੈ ਗਿਆ ਆਪਣੇ ਘਰ ਦੇ ਵਿੱਚ, ਤੇ ਵੱਡੇ ਮਹਿਲ ਜਿਹੜੇ ਸਨ ਗੁਰੂ ਸਾਹਿਬ ਜੀ ਦੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਇਸੇ ਪ੍ਰਕਾਰ ਉਹਨਾਂ ਨੂੰ ਦਿੱਲੀ ਦੀ ਸੰਗਤ ਦਿੱਲੀ ਲੈ ਗਈ ਸਮਾਂ ਵੇਖ ਕੇ। ਜਦੋਂ ਸਤਿਗੁਰ ਜੀ ਰੋਪੜ ਨੂੰ ਚੱਲੇ, ਉਥੋਂ 4 ਚਫੇਰੇ ਤੋਂ ਬਹੁਤ ਸਾਰੀਆਂ ਫੌਜਾਂ ਹਜ਼ੂਰ ਨੂੰ ਆ ਮਿਲੀਆਂ ਹਨ। ਘੇਰਾ ਪੈ ਚੁੱਕਾ ਸੀਗਾ, ਰਸਤਾ ਤਾਂ ਭਟਕ ਗਏ ਰਾਹ ਦੇ ਸਮੇਂ, ਪਰ ਰੋਪੜ ਤਾਂ ਜਾਣਾ ਸੀ ਉਹਨਾਂ ਨੇ, ਪਰ ਰੋਪੜ ਜਾਂਦੇ ਕਿਵੇਂ? ਕਿਉਂਕਿ ਘੇਰਾ ਪਿਆ ਸੀ, 4 ਚਫੇਰੇ ਤੁਰਕਾਂ ਦੀ, ਵੈਰੀਆਂ ਦੀ ਫੌਜ ਸੀ, ਇਸ ਕਰਕੇ ਕਿਸੇ ਨੂੰ ਵੀ ਰੋਪੜ ਜਾਣ ਦਾ ਮੌਕਾ ਨਹੀਂ ਮਿਲਿਆ। ਭਾਈ ਰਤਨ ਸਿੰਘ ਜੀ ਕਹਿੰਦੇ, ਗੁਰੂ ਕੇ ਸਿੱਖ ਹੋਣ ਤੁਹਾਨੂੰ ਮੈਂ ਕੁਝ ਸਿੰਘਾਂ ਦੀ ਕਥਾ ਵੀ ਸੁਣਾਉਂਦਾ ਹਾਂ। ਕਹਿੰਦੇ ਜਿਹੜੇ ਸਿੰਘ ਸਨ ਰੋਪੜ ਤੱਕ ਮਹਾਰਾਜ ਦੇ ਨਾਲ ਆਏ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਕਿਲ੍ਹਾ ਛੱਡਿਆ, ਆਪਾਂ ਸੁਣਿਆ ਸੀ ਨਾ ਵੀ 4000 ਸਿੰਘਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ ਸੀ ਵੀ ਸਾਡੇ ਕੋਲ ਸ਼ਸਤਰਧਾਰੀ 4000 ਸਿੱਖ ਨੇ, ਪਰ ਜਦੋਂ ਚਮਕੌਰ ਸਾਹਿਬ ਮਹਾਰਾਜ ਜਾਂਦੇ ਨੇ, 6-7 ਪੋਹ ਦਾ ਜਿਹੜਾ ਸਮਾਂ ਸੀਗਾ, 3 ਦਿਨਾਂ ਦਾ ਸਮਾਂ ਸੀ, 6-7-8 ਪੋਹ, 21, 22 ਤੇ 23 ਦਸੰਬਰ ਦਾ ਸਮਾਂ ਸੀ ਜਿਹੜਾ, ਤੇ 7 ਪੋਹ ਨੂੰ ਜੰਗ ਹੋਇਆ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ। ਜਿਹੜਾ ਉਹ ਭਿਅੰਕਰ ਸਮਾਂ ਸੀ, ਉਹ ਮੰਜ਼ਰ ਸੀ। ਉਸ ਟਾਈਮ 40 ਸਿੱਖ ਸਨ ਮਹਾਰਾਜ ਦੇ ਨਾਲ, ਪਰ ਜਦੋਂ ਅਨੰਦਪੁਰ ਸਾਹਿਬ ਛੱਡਦੇ ਨੇ ਉਦੋਂ 4000 ਸਿੰਘ ਸੀ ਮਹਾਰਾਜ ਨਾਲ ਸ਼ਸਤਰਧਾਰੀ। ਹੈਰਾਨਗੀ ਵਾਲੀ ਗੱਲ ਹੈ ਵੀ ਉਹ ਬਾਕੀ ਸਿੰਘ ਕਿੱਥੇ ਗਏ? ਉਹ ਖੁਲਾਸਾ ਕਰਦੇ ਨੇ ਭਾਈ ਰਤਨ ਸਿੰਘ ਕਿ ਮਹਾਰਾਜ ਕਲਗੀਧਰ ਜੀ ਜਦੋਂ ਰੋਪੜ ਨੂੰ ਆ ਗਏ ਤੇ ਰੋਪੜ ਤੱਕ ਉਹ ਸਿੱਖ ਨਾਲ ਸਨ, ਕੁਝ ਕੁ ਪਿੱਛੇ ਸ਼ਹੀਦ ਹੋ ਗਏ, ਕੁਝ ਸਰਸਾ ਦੇ ਕੰਢੇ ਤੇ ਸ਼ਹੀਦ ਹੋ ਗਏ ਹਨ। ਸਤਿਗੁਰ ਜੀ ਅੱਗੇ ਅੱਗੇ ਜਾ ਰਹੇ ਸਨ ਤੋਂ ਪਿੱਛੇ ਗੁਰੂ ਸਾਹਿਬ ਜੀ ਦੇ ਆ ਰਹੇ ਸਨ, ਤੇ ਵੈਰੀਆਂ ਨਾਲ ਖੜ ਖੜ ਕੇ ਲੜਦੇ ਤੇ ਸ਼ਹੀਦ ਹੋ ਗਏ। ਉਹ ਵੈਰੀਆਂ ਨੂੰ ਰੋਕ ਕੇ ਰੱਖ ਰਹੇ ਸਨ, ਇਹ ਸੋਚ ਰਹੇ ਸਨ ਵੀ ਅਸੀਂ ਇਹਨਾਂ ਨੂੰ ਰੋਕ ਕੇ ਰੱਖਾਂਗੇ ਤੇ ਗੁਰੂ ਸਾਹਿਬ ਜੀ ਅੱਗੇ ਨਿਕਲ ਜਾਣਗੇ ਤਾਂ ਕਿ ਦੁਸ਼ਮਣ ਗੁਰੂ ਸਾਹਿਬ ਜੀ ਤੱਕ ਪਹੁੰਚ ਨਾ ਕਰ ਸਕੇ। ਸਰਸਾ ਦੇ ਕੰਢੇ ਤੇ ਬੜਾ ਘਮਸਾਣ ਦਾ ਜੰਗ ਹੋਇਆ ਪਰਬਤੀਆਂ ਦੇ ਨਾਲ ਸਿੰਘਾਂ ਦਾ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਉਹਨਾਂ ਨੇ ਬੜਾ ਤੰਗ ਕੀਤਾ ਹੈ। ਸਤਿਗੁਰੂ ਕਲਗੀਧਰ ਜੀ ਤਾਂ ਚਲਦੇ ਚਲਦੇ ਰੋਪੜ ਦੇ ਇਲਾਕੇ ਵਿੱਚ ਪਹੁੰਚ ਗਏ ਹਨ। ਹੁਣ ਜਦੋਂ ਕਲਗੀਧਰ ਜੀ ਗਏ, ਆਪਾਂ ਸੁਣਿਆ ਵੀ ਉੱਥੇ ਜਿਹੜੇ ਲੋਧੀ ਪਠਾਨ ਸਨ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਮਹਾਰਾਜ ਨੂੰ ਘਰ 'ਚ ਪ੍ਰਵੇਸ਼ ਨਹੀਂ ਹੋਣ ਦਿੱਤਾ। ਹੁਣ ਗੁਰੂ ਸਾਹਿਬ ਜੀ ਤਾਂ ਚਮਕੌਰ ਸਾਹਿਬ ਨੂੰ ਇੱਥੋਂ ਚਲੇ ਗਏ, ਨਿਹੰਗ ਖਾਂ ਦੇ ਪਾਸ ਗਏ, ਕੋਟਲੇ ਭੱਠਾ ਸਾਹਿਬ ਤੋਂ ਫਿਰ ਮਹਾਰਾਜ ਅੱਗੇ ਆ ਗਏ ਚਮਕੌਰ ਨੂੰ। ਪਰ ਜਿਹੜੇ ਸਿੰਘ ਸਨ ਉਹਨਾਂ ਪਠਾਣਾਂ ਨੇ ਸਿੰਘਾਂ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਵੀ ਤੁਸੀਂ ਸਾਡੇ ਘਰਾਂ ਦੇ ਵਿੱਚ ਆ ਜਾਓ। ਹੁਣ ਉਹ ਗੁਰੂ ਘਰ ਵਿੱਚ ਆਉਂਦੇ ਜਾਂਦੇ ਸਨ, ਸਿੰਘਾਂ ਨੇ ਸੋਚਿਆ ਵੀ ਸ਼ਾਇਦ ਇਹ ਸਾਡਾ ਹਿੱਤ ਕਰਦੇ ਨੇ, ਇਸ ਤਰ੍ਹਾਂ ਉਹਨਾਂ ਪਠਾਣਾਂ ਨੇ ਸਿੰਘਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਿੰਘਾਂ ਨੂੰ ਕਹਿਣ ਲੱਗੇ ਵੀ ਗੁਰੂ ਸਾਹਿਬ ਸਾਡੇ ਕੋਲ ਨੇ, ਬੇਝਿਜਕ ਸਾਡੇ ਕੋਲ ਆ ਜਾਓ। ਉਹਨਾਂ ਪਾਪੀਆਂ ਨੇ 2-2 ਸਿੰਘ ਵਾੜ ਲਏ, ਕਿਸੇ ਨੇ 4 ਸਿੰਘ ਘਰਾਂ ਦੇ ਵਿੱਚ ਵਾੜ ਲਏ ਹਨ। ਉਹਨਾਂ ਨੇ ਸਿੰਘਾਂ ਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ ਘਰਾਂ ਦੇ ਵਿੱਚ। ਸਿੰਘਾਂ ਪਾਸ ਜੋ ਕੁਝ ਸ਼ਸਤਰ ਆਦਿਕ ਸਨ ਉਹ ਸਾਰਾ ਕੁਝ ਖੋਹ ਲਿਆ ਹੈ। ਕੁਝ ਕੁ ਜਿਹੜੇ ਸਿੰਘ ਸਨ ਉਹ ਨਿਹੰਗ ਖਾਂ ਦੇ ਪਾਸ ਕੋਟਲੇ ਚਲੇ ਗਏ ਹਨ। ਨਿਹੰਗ ਖਾਨ ਮਹਾਰਾਜ ਦਾ ਸ਼ਰਧਾਲੂ ਸੀ, ਅਨੰਦਪੁਰ ਸਾਹਿਬ ਆਉਂਦਾ ਜਾਂਦਾ ਸੀਗਾ। ਨਿਹੰਗ ਖਾਨ ਨੇ ਉਹਨਾਂ ਸਿੰਘਾਂ ਨੂੰ ਆਪਣੇ ਪਾਸ ਰੱਖਿਆ, ਉਹਨਾਂ ਦੀ ਸੇਵਾ ਕੀਤੀ ਹੈ। ਤੇ ਬਾਬਾ ਬਚਿੱਤਰ ਸਿੰਘ ਵੀ ਜ਼ਖਮੀ ਸਨ, ਉਹ ਵੀ ਨਿਹੰਗ ਖਾਨ ਦੇ ਪਾਸ, ਉਹਨਾਂ ਦੇ ਪਾਸ ਕੋਟਲੇ ਆ ਗਏ ਹਨ। ਨਿਹੰਗ ਖਾਨ ਨੇ ਭਾਈ ਬਚਿੱਤਰ ਸਿੰਘ ਦਾ ਇਲਾਜ ਕੀਤਾ, ਸਰੀਰ ਤੇ ਜ਼ਖਮ ਸਨ, ਟਾਂਕੇ ਆਦਿਕ ਲਾਏ, ਦਵਾਈ ਆਦਿਕ ਉਹਨਾਂ ਨੂੰ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਜ਼ਖਮੀ ਸਿੱਖ ਸਨ ਉਹ ਵੀ ਨਿਹੰਗ ਖਾਨ ਦੇ ਪਾਸ ਗਏ ਹਨ।
ਇਸ ਤਰ੍ਹਾਂ ਉਹਨਾਂ ਸਿੰਘਾਂ ਨੂੰ ਵੀ ਦਵਾਈ ਆਦਿਕ ਦੇ ਕੇ ਉਹਨਾਂ ਦਾ ਇਲਾਜ ਕਰਕੇ ਨਿਹੰਗ ਖਾਂ ਨੇ ਉਹਨਾਂ ਨੂੰ ਵੀ ਚੰਗਾ ਕੀਤਾ, ਠੀਕ ਕੀਤਾ ਹੈ। और कई बार वो पठान तो जाए रह तो गुरु हजूर। ਭਾਈ ਰਤਨ ਸਿੰਘ ਜੀ ਕਹਿੰਦੇ ਨਿਹੰਗ ਖਾਂ ਜਿਹੜਾ ਪਠਾਨ ਸੀਗਾ ਉਹ ਕਈ ਵਾਰੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗਿਆ ਸੀ, ਕਈ ਵਾਰੀ ਉਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਦਾ ਸ਼ਰਧਾਲੂ ਸੀ। घोड़े जोड़ा उस चंगे कर खुशियां देत हजूर। ਜਦੋਂ ਵੀ ਉਹ ਜਾਂਦਾ ਸੀ ਮਹਾਰਾਜ ਉਹਨੂੰ ਘੋੜੇ ਬਖਸ਼ਿਸ਼ ਕਰਦੇ ਸਨ, ਸੋਹਣੇ ਪੋਸ਼ਾਕੇ ਪਹਿਨਣ ਨੂੰ ਦਿੰਦੇ ਸਨ, ਬੜੀਆਂ ਰਹਿਮਤਾਂ ਦੇ ਨਾਲ ਉਹਦੀਆਂ ਝੋਲੀਆਂ ਭਰਦੇ ਸਨ। ओ भई अब आगे पे सुनो मैं बात। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਭਾਈ ਤੁਸੀਂ ਅੱਗੇ ਦੀ ਕਥਾ ਸਰਵਣ ਕਰੋ। जिम किए बजीदे सिर खोर घात। ਜਿਸ ਪ੍ਰਕਾਰ ਵਜ਼ੀਰ ਖਾਂ ਨੇ ਸ਼ੀਰਖੋਰ ਬੱਚਿਆਂ ਨੂੰ ਸ਼ਹੀਦ ਕੀਤਾ, ਮਹਾਰਾਜ ਕਲਗੀਧਰ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਹਨ। जुदे मात गुण कीनी। ਮਾਤਾ ਜੀ ਜਦੋਂ ਇੱਥੋਂ ਨਿਕਲੇ ਨਾ ਸਰਸਾ ਤੋਂ, ਰਾਤ ਦਾ ਸਮਾਂ ਸੀ ਤੇ ਜੰਗਲਾਂ ਦਾ ਪੈਂਡਾ ਸੀ, ਤੇ ਮਾਤਾ ਜੀ ਰਾਹ ਜਿਹੜਾ ਸੀ ਉਹ ਭਟਕ ਗਏ, ਤੇ ਰਾਹ ਭਟਕ ਗਏ ਤੇ ਮਾਤਾ ਜੀ ਨੇ ਰੋਪੜ ਵੱਲ ਤਾਂ ਉਹਨਾਂ ਨੇ ਰੁਖ ਕੀਤਾ, ਪਰ ਉਹ ਗੁਰੂ ਸਾਹਿਬ ਜੀ ਨਾਲੋਂ ਜੁਦਾ ਹੋ ਗਏ, ਅਲੱਗ ਹੋ ਗਏ ਸਨ। ਉਤੋਂ ਬਾਮਨ ਰਸੋਈਓ ਮਤਹੀਨੀ। ਸਾਧ ਸੰਗਤ ਜੀ ਰਾਹ ਦੇ ਵਿੱਚ ਮਾਤਾ ਜੀ ਨੂੰ ਗੰਗੂ ਮਿਲਿਆ, ਕਿਉਂਕਿ ਪੁਰਾਣੀ ਉਹਦੇ ਨਾਲ ਜਾਣ ਪਛਾਣ ਸੀਗੀ, ਤੇ ਕਹਿਣ ਵਾਲੇ ਵੀ ਕਹਿੰਦੇ ਨੇ ਵੀ ਉਹ ਰਸੋਈਆ ਸੀ ਗੁਰੂ ਘਰ ਦਾ, ਭਾਵ ਲੰਗਰ ਆਦਿਕ ਬਣਾਉਂਦਾ ਸੀਗਾ, ਇਹਦੇ ਨਾਲ ਪੁਰਾਣੀ ਪਹਿਚਾਣ ਸੀ। ਪਰ ਕਈਆਂ ਨੇ ਲਿਖਿਆ ਵੀ ਉਹ ਮਸੰਦ ਸੀ ਗੁਰੂ ਘਰ ਦਾ। ਇਸ ਤਰ੍ਹਾਂ ਦੋ ਤਰ੍ਹਾਂ ਦੇ ਬਚਨ ਆਉਂਦੇ ਇਤਿਹਾਸ ਵਿੱਚ, ਪਰ ਜ਼ਿਆਦਾਤਰ ਇਹੀ ਲਿਖਿਆ ਸੀ ਵੀ ਉਹ ਰਸੋਈਆ ਸੀ, ਲਾਂਗਰੀ ਸੀਗਾ। ਤੇ ਸਾਧ ਸੰਗਤ ਜੀ ਉਹ ਮਾਤਾ ਜੀ ਨੂੰ ਰਾਹ ਦੇ ਵਿੱਚ ਕਹਿੰਦੇ ਉਹ ਮਿਲਿਆ ਹੈ। ਉਸਕੇ ਮਨ ਮੈਂ ਬੜ ਲਭ ਆਇਓ। ਅਸਲ ਵਿੱਚ ਉਹਦੇ ਮਨ ਵਿੱਚ ਨਾ ਲੋਭ ਉਦੋਂ ਹੀ ਆ ਗਿਆ ਜਦੋਂ ਉਹਨੇ ਮਾਤਾ ਜੀ ਨੂੰ ਵੇਖਿਆ ਹੈ। ਦੇਖਿਓ ਥੋ ਜੋ ਮਾਤ ਚੁਕਾਇਓ। ਅਸਲ ਦੇ ਵਿੱਚ ਮਾਤਾ ਜੀ ਕੁੰਭੇ ਮਾਸ਼ਕੀ ਦੇ ਘਰ ਵਿੱਚ ਰਹੇ ਸਨ। ਇਹ ਸਥਾਨ ਵੀ ਅੱਜ ਮੌਜੂਦ ਹੈ। ਕੁੰਭਾ ਮਾਸ਼ਕੀ ਸੀਗਾ, ਉਹਦੇ ਗ੍ਰਹਿ ਵਿਖੇ ਮਾਤਾ ਜੀ ਰਾਤ ਨੂੰ ਰਹੇ। ਉਹਨਾਂ ਨੇ ਵੇਖਿਆ ਛੋਟੇ ਸਾਹਿਬਜ਼ਾਦੇ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਮਾਤਾ ਜੀ ਦੀ ਰਾਤ ਦੇ ਸਮੇਂ। ਉਹਨਾਂ ਦੀ ਸੁਪਤਨੀ ਸੀ ਕੁੰਭੇ ਮਾਸ਼ਕੀ ਦੀ ਲక్ష్ਮੀ ਬੀਬੀ, ਤੇ ਮਾਤਾ ਜੀ ਨੂੰ ਉੱਥੇ ਕਹਿੰਦੇ ਗੰਗੂ ਮਿਲਿਆ ਆ ਕੇ। ਇਤਿਹਾਸਕਾਰਾਂ ਨੇ ਜਿਹੜੀ ਖੋਜ ਕੀਤੀ ਵੀ ਉੱਥੇ ਮਿਲਿਆ ਸੀ। ਮਾਤਾ ਜੀ ਜਦੋਂ ਸਵੇਰੇ ਜਾਣ ਲੱਗੇ ਤੇ ਮਾਤਾ ਜੀ ਨੇ ਜਿਹੜੀ ਉਹ ਲక్ష్ਮੀ ਸੀ ਉਹਨੂੰ ਕੁਝ ਸੋਨੇ ਦੇ ਗਹਿਣੇ ਭੇਟ ਕੀਤੇ, ਉਹਨਾਂ ਨੂੰ ਮਾਇਆ ਆਦਿਕ ਦਿੱਤੀ, ਉਹਨਾਂ ਦੀ ਸੇਵਾ ਕੀਤੀ ਮਹਾਰਾਜ ਨੇ, ਕਿਉਂਕਿ ਮਾਤਾ ਜੀ ਦੀ ਉਹਨਾਂ ਨੇ ਬੜੀ ਸੇਵਾ ਕੀਤੀ ਸੀ। ਇਸੇ ਕਰਕੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਕੁਝ ਪਦਾਰਥ ਦਿੱਤੇ, ਕੁਝ ਭੇਟਾਵਾਂ ਦਿੱਤੀਆਂ। ਗੰਗੂ ਨੇ ਜਦੋਂ ਵੇਖਿਆ ਨਾ ਵੀ ਇਹਨਾਂ ਕੋਲ ਤਾਂ ਪੈਸੇ ਨੇ, ਇਹਨਾਂ ਕੋਲ ਸੋਨੇ ਦੀਆਂ ਮੋਹਰਾਂ ਨੇ, ਕੁਝ ਗਹਿਣੇ ਨੇ, ਇਸੇ ਕਰਕੇ ਉਹ ਲਾਲਚੀ ਹੋ ਗਿਆ। ਉਹਨੇ ਸੋਚਿਆ ਵੀ ਇਹਨਾਂ ਨੂੰ ਨਾ ਮੈਂ ਆਪਣੇ ਨਾਲ ਆਪਣੇ ਪਿੰਡ ਲੈ ਜਾਣਾ ਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਮਾਤਾ ਜੀ ਨੂੰ ਆਪਣੇ ਨਾਲ ਲੈ ਕੇ ਉਹ ਆਪਣੇ ਨਗਰ ਨੂੰ ਚੱਲ ਪਿਆ ਹੈ। ਉਹਨੇ ਦੇਖਿਓ ਉਥੋਂ ਜੋ ਮਾਤ ਚੁਕਾਇਓ, ਉਹਨੇ ਵੇਖ ਲਿਆ ਜੋ ਮਾਤਾ ਜੀ ਦੇ ਪਾਸ ਸੀ ਨਾ ਗਹਿਣੇ ਆਦਿਕ ਪਦਾਰਥ, ਉਹਨੇ ਵੇਖ ਲਏ, ਇਸ ਕਰਕੇ ਲਾਲਚੀ ਹੋ ਗਿਆ। ਹੀਰੇ ਮੋਤੀ ਮਾਣਕ ਸਬਜੇ। ਮਾਤਾ ਜੀ ਦੇ ਪਾਸ ਹੀਰੇ ਸਨ, ਮੋਤੀ ਸਨ, ਮਾਣਕ ਸਬਜ਼ੇ ਆਦਿਕ ਸਨ। ਤੋ ਕਰਿਓ ਬਾਬਾ ਜਿਤ ਗਜਬੈ। ਇਸ ਪ੍ਰਕਾਰ ਉਹ ਜਿਹੜਾ ਬਾਹਮਣ ਸੀਗਾ ਇਹਨਾਂ ਪਦਾਰਥਾਂ ਨੂੰ ਵੇਖ ਕੇ ਅਚਰਜ ਹੋ ਗਿਆ ਤੇ ਲਾਲਚ ਦੇ ਨਾਲ ਅੰਦਰੋਂ ਗਲ ਗਿਆ ਹੈ। ਜਦੋਂ ਬੰਦਾ ਲਾਲਚੀ ਹੋ ਜਾਏ ਨਾ, ਲੋਭੀ ਹੋ ਜਾਏ, ਫਿਰ ਉਹ ਪਾਪੀ ਬਣ ਜਾਂਦਾ, ਤੇ ਲਾਲਚੀ ਬੰਦਾ ਆਪਣੇ ਪਰਾਏ ਦੀ ਪਛਾਣ ਨਹੀਂ ਕਰਦਾ। ਮਾਤਾ ਜੀ ਨੂੰ ਨਾਲ ਲੈ ਕੇ ਆਪਣੇ ਪਿੰਡ ਆਪਣੇ ਗ੍ਰਾਮ ਚਲਾ ਗਿਆ ਹੈ। ਮਰਿੰਡਾ ਥਾਣਾ ਜਿਹੜਾ ਹੈ ਉਸ ਇਲਾਕੇ ਦਾ ਇੱਕ ਨਗਰ ਹੈ, ਰੋਪੜ ਦੇ ਇਲਾਕੇ ਦਾ, ਜਿਹਨੂੰ ਕਹਿੰਦੇ ਨੇ ਸਹੇੜੀ। ਤੇ ਉਹ ਆਪਣੇ ਨਗਰ ਸਹੇੜੀ ਮਾਤਾ ਜੀ ਨੂੰ ਲੈ ਗਿਆ। ਉਹਨੇ ਕਹਿੰਦੇ ਮਾਤਾ ਜੀ ਨੂੰ ਨਗਰ ਤੋਂ ਬਾਹਰ ਵੀ ਬਿਠਾਇਆ ਸੀਗਾ, ਤੇ ਕਿਸੇ ਨੇ ਆਵਾਜ਼ ਮਾਰ ਕੇ ਪੁੱਛੀ ਵੀ ਕੌਣ ਹੋ, ਕਿਉਂ ਬੈਠੇ ਹੋ? ਮਾਤਾ ਜੀ ਕਹਿੰਦੇ ਐਵੇਂ ਹੀ ਬੈਠੇ ਆ। ਉੱਥੇ ਸਥਾਨ ਹੈ ਗੁਰਦੁਆਰਾ ਐਮਾ ਸਾਹਿਬ, ਜਿੱਥੇ ਮਾਤਾ ਜੀ ਬਿਰਾਜਮਾਨ ਹੋਏ ਸਨ। ਇਸ ਪ੍ਰਕਾਰ ਉਹ ਆਪਣੇ ਨਗਰ ਸਹੇੜੀ ਮਾਤਾ ਜੀ ਨੂੰ ਲੈ ਗਿਆ ਹੈ। ਉਹਨੇ ਜਾ ਕੇ ਬਾਹਰ ਜਿਹੜਾ ਉਜਾੜ ਸੀ ਨਾ ਨਗਰ ਤੋਂ ਬਾਹਰ, ਉੱਥੇ ਜਾ ਕੇ ਮਾਤਾ ਜੀ ਨੂੰ ਬਿਠਾ ਦਿੱਤਾ ਹੈ। ਮਾਤਾ ਜੀ ਦੇ ਪਾਸ ਜੋ ਕੁਝ ਵੀ ਸੀਗਾ ਉਹਨੇ ਸਾਰਾ ਕੁਝ ਆਪਣੇ ਕਬਜ਼ੇ ਵਿੱਚ ਲੈ ਲਿਆ।
ਕਰਵਾਈ। ਕਹਿਣ ਲੱਗਾ ਮਾਤਾ ਜੀ ਇਹ ਨਾ ਸਾਰਾ ਕੁਝ ਮੈਂ ਜ਼ਮੀਨ ਵਿੱਚ ਦੱਬ ਦਿੰਦਾ ਹਾਂ। ਤੁਮ ਮਨ ਚਿੰਤਾ ਕਰਿਓ ਨਾ ਕਾਈ। ਤੁਸੀਂ ਆਪਣੇ ਮਨ ਵਿੱਚ ਨਾ ਚਿੰਤਾ ਨਾ ਕਰਿਓ, ਇਹ ਤੁਹਾਡੀ ਜਿਹੜੀ ਇਮਾਨਤ ਹੈ ਨਾ ਮੇਰੇ ਕੋਲ ਹੈ, ਮੈਂ ਸੰਭਾਲ ਕੇ ਰੱਖ ਦਿੱਤੀ ਹੈ। ਮਾਤਾ ਕਹੇ ਹਮ ਚਿੰਤਾ ਜਾਨ। ਮਾਤਾ ਕਹਿਣ ਲੱਗੇ ਇਤਨਾ ਕੁਝ ਹੋ ਗਿਆ ਗੰਗੂ, ਤੂੰ ਕੀ ਸੋਚਦਾ, ਸਾਨੂੰ ਹਲੇ ਇਹਨਾਂ ਚੀਜ਼ਾਂ ਦੀ ਚਿੰਤਾ ਹੈ। ਮਹਾਰਾਜ ਮਾਤਾ ਜੀ ਕਹਿਣ ਲੱਗੇ ਵੀ ਤੈਨੂੰ ਲਾਲਚ ਹੋਵੇਗਾ ਇਹਨਾਂ ਚੀਜ਼ਾਂ ਦਾ, ਸਾਨੂੰ ਤਾਂ ਆ ਮੇਰੇ ਨਾਲ ਮੇਰੇ ਛੋਟੇ ਛੋਟੇ ਪੋਤਰੇ ਨੇ, ਮੈਨੂੰ ਤਾਂ ਇਹਨਾਂ ਦੀ ਚਿੰਤਾ ਹੈ, ਮੈਨੂੰ ਇਹ ਪਦਾਰਥ ਮਾਇਆ ਦੀ ਚਿੰਤਾ ਨਹੀਂ ਹੈ। ਆਪਕੋ ਬਹਾਓ ਕਿਤੇ ਕਲਮ ਮਕਾਨ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਉਹਨੇ ਉਜਾੜ 'ਚ ਬਿਠਾ ਦਿੱਤਾ। ਜਦੋਂ ਕਿਸੇ ਨੇ ਪੁੱਛਿਆ ਵੀ ਕਿਉਂ ਬੈਠੋ, ਐਵੇਂ ਹੀ ਬੈਠੇ ਆ, ਮਾਤਾ ਜੀ ਨੇ ਬਚਨ ਆਖਿਆ, ਕਿਉਂਕਿ ਉਹਨੇ ਮਾਤਾ ਜੀ ਨੂੰ ਉੱਥੇ ਬਿਠਾ ਦਿੱਤਾ ਸੀਗਾ, ਸੋਚਿਆ ਵੀ ਸਾਰਾ ਕੁਝ ਕਬਜ਼ੇ 'ਚ ਕਰ ਲਵਾਂਗਾ। ਮਾਤਾ ਜੀ ਉਹਨੂੰ ਕਹਿਣ ਲੱਗੇ ਵੀ ਇਸ ਤਰ੍ਹਾਂ ਕਰ ਵੀ ਸਾਨੂੰ ਇੱਥੇ ਨਾ ਬਿਠਾ, ਕਿਤੇ ਮਕਾਨ ਦੇ ਵਿੱਚ ਜਾ ਕੇ ਸਾਨੂੰ ਜਗ੍ਹਾ ਤੇ ਬਿਠਾ, ਠੰਡ ਦਾ ਮੌਸਮ ਹੈ। ਦੇ ਬਾਮਨ ਨਿਸ ਘਰ ਨਿਜੈ ਮਾਤਾ ਰਖੀ ਬਹਾਏ। ਗਮੂ ਬ੍ਰਾਹਮਣ ਨੇ ਇਸੇ ਪ੍ਰਕਾਰ ਮਾਤਾ ਜੀ ਨੂੰ ਆਪਣੇ ਘਰ ਦੇ ਵਿੱਚ ਲਿਜਾ ਕੇ ਤੇ ਘਰ ਵਿੱਚ ਉਤਾਰਾ ਦਿੱਤਾ ਹੈ। ਰਗੜਨ ਮੋਰਿੰਡਾ ਕਹਿਓ ਮੋਹ ਮਿਲਾਓ ਨਿਭਾਵੇ ਜਾਏ। ਉਹਨੇ ਸੋਚਿਆ ਵੀ ਹੁਣ ਇੱਕ ਹੋਰ ਮੌਕਾ ਹੈ, ਬਾਕੀ ਤਾਂ ਆਪਾਂ ਸਾਰਾ ਕੁਝ ਕਬਜ਼ੇ ਵਿੱਚ ਲੈ ਲਿਆ ਤੇ ਕਿਉਂ ਨਾ ਜਾ ਕੇ ਮੈਂ ਮੋਰਿੰਡੇ ਥਾਣੇ ਦੇ ਵਿੱਚ ਇਹਨਾਂ ਦੀ ਸ਼ਿਕਾਇਤ ਕਰ ਦਿਆਂ ਤੇ ਇਹਨਾਂ ਨੂੰ ਉੱਥੇ ਵੀ ਗ੍ਰਿਫਤਾਰ ਕਰਾ ਦਿਆਂ ਤੇ ਉੱਥੋਂ ਵੀ ਮੈਨੂੰ ਜਿਹੜਾ ਇਨਾਮ ਮਿਲ ਜਾਏਗਾ, ਆਪਾਂ ਨੂੰ ਤਾਂ ਦੋਹਰਾ ਇਨਾਮ ਮਿਲ ਜਾਣਾ, ਇੱਧਰੋਂ ਵੀ ਸਾਰਾ ਕੁਝ ਮਿਲ ਜਾਣਾ ਤੇ ਉੱਧਰੋਂ ਵੀ ਮਿਲ ਜਾਣਾ। ਇਸ ਤਰ੍ਹਾਂ ਵਿਚਾਰ ਕਰਕੇ ਮੋਰਿੰਡੇ ਨੂੰ ਚੱਲ ਪਿਆ ਤੇ ਉੱਥੇ ਦੋ ਰੰਗੜ ਜਿਹੜੇ ਸਨ ਨਾ ਥਾਣੇਦਾਰ, ਜਿਨ੍ਹਾਂ ਦਾ ਨਾਮ ਜਾਨੀ ਖਾਂ ਤੇ ਮਾਨੀ ਖਾਂ ਸੀ, ਤੇ ਉਹਨਾਂ ਦੇ ਪਾਸ ਗਿਆ ਤੇ ਜਾ ਕੇ ਕਹਿਣ ਲੱਗਾ ਵੀ ਮੈਨੂੰ ਨਾ ਨਵਾਬ ਦੇ ਨਾਲ ਮਿਲਾ ਦਿਓ, ਜਿਹੜਾ ਸੂਬਾ ਸਰਹੰਦ ਹੈ ਨਾ ਵਜ਼ੀਰ ਖਾਂ, ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ। ਮੈਂ ਦਿਓਂਗ ਗੁਰ ਪੁੱਤਰ ਫੜਵਾਏ। ਜਾਨੀ ਖਾਂ ਮਾਨੀ ਖਾਂ ਕਹਿਣ ਲੱਗੇ ਵੀ ਤੂੰ ਉਹਨੂੰ ਕਿਉਂ ਮਿਲਣਾ ਚਾਹੁੰਦਾ, ਤੈਨੂੰ ਕੀ ਕੰਮ ਹੈ ਉਹਨਾਂ ਦੇ ਨਾਲ। ਉਹ ਕਹਿਣ ਲੱਗਾ ਵੀ ਮੇਰੇ ਪਾਸ ਨਾ ਇੱਕ ਖਬਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਛੋਟੇ ਸੁਪੁੱਤਰ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਮੇਰੇ ਘਰ ਦੇ ਵਿੱਚ ਨੇ, ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਪੁੱਤਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾਵਾਂਗਾ ਤੇ ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਨਵਾਬ ਦੇ ਨਾਲ ਮਿਲਾ ਦਿਓ, ਮੈਂ ਗੁਰੂ ਦੇ ਪੁੱਤਰ ਫੜਾ ਦੇਣਾ ਤੇ ਮੈਨੂੰ ਨਵਾਬ ਦੇ ਕੋਲੋਂ ਇਨਾਮ ਦਵਾ ਦਿਓ। ਉਹ ਜਿਹੜੇ ਰੰਗੜ ਸਨ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ, ਉਹਨਾਂ ਨੇ ਇਸ ਤਰ੍ਹਾਂ ਇਹ ਨਹੀਂ ਕੀਤਾ। ਉਹ ਚਾਹੁੰਦੇ ਸਨ, ਹਾਲਾਂਕਿ ਗੰਗੂ ਚਾਹੁੰਦਾ ਸੀ ਵੀ ਮੈਂ ਜਾਵਾਂ ਨਵਾਬ ਦੇ ਕੋਲੇ, ਮੈਨੂੰ ਲੈ ਕੇ ਜਾਣ ਤੇ ਮੈਂ ਗੁਰੂ ਦੇ ਪੁੱਤਰ ਗ੍ਰਿਫਤਾਰ ਕਰਾ ਦਿਆਂ, ਤੇ ਉਹਨਾਂ ਦੇ ਮਨ ਵਿੱਚ ਆਇਆ ਵੀ ਅਸੀਂ ਇਹਨੂੰ ਇਨਾਮ ਕਿਉਂ ਦਵਾਉਣਾ, ਅਸੀਂ ਆਪ ਲਵਾਂਗੇ। ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਜ਼ਿਮੀਂਦਾਰ ਰੰਗੜਾਂ ਨੇ, ਜਾਨੀ ਖਾਂ ਮਾਨੀ ਖਾਂ ਨੇ, ਉਹ ਬਾਹਮਣ ਜਿਹੜਾ ਸੀ ਆਪਣੇ ਨਾਲ ਲੈ ਲਿਆ। ਆਖਣ ਲੱਗੇ ਨਹੀਂ ਤੂੰ ਸਾਡੇ ਨਾਲ ਚੱਲ, ਅਸੀਂ ਤੈਨੂੰ ਨਵਾਬ ਦੇ ਕੋਲ ਨਹੀਂ ਲੈ ਕੇ ਜਾਣਾ, ਤੂੰ ਸਾਡੇ ਨਾਲ ਚੱਲ ਤੇ ਅਸੀਂ ਤੇਰੇ ਪਿੰਡ ਚੱਲਦੇ ਆਂ। ਬੜੀ ਛੇਤੀ ਨਾਲ ਗੰਗੂ ਨੂੰ ਮੋੜ ਕੇ ਵਾਪਸ ਲੈ ਆਏ ਹਨ ਤੇ ਜਾ ਕਰਕੇ ਉਹਨੇ ਵਿਖਾ ਦਿੱਤਾ ਵੀ ਉਹ ਵੇਖੋ ਮਾਤਾ ਜੀ, ਤੇ ਨਾਲ ਉਹਨਾਂ ਦੇ ਦੋ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਬੈਠੇ ਹੋਏ ਹਨ। ਇਸ ਪ੍ਰਕਾਰ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਨੇ ਭਰਾ ਸਨ ਰੰਗੜ। ਆਪਣੇ ਨਾਲ ਫੌਜ ਪਹਿਲਾਂ ਹੀ ਲੈ ਕੇ ਆਏ ਸਨ ਤੇ ਉਹਨਾਂ ਨੇ ਮਾਤਾ ਜੀ ਨੂੰ ਇਸੇ ਪ੍ਰਕਾਰ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਰਿੰਡੇ ਲੈ ਕੇ ਆਏ। ਗੁਰਦੁਆਰਾ ਕੋਤਵਾਲੀ ਸਾਹਿਬ ਅੱਜ ਵੀ ਸੁਸ਼ੋਭਿਤ ਹੈ ਸਥਾਨ, ਜਿੱਥੇ ਜਾ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਫਤਿਹਗੜ੍ਹ ਸਾਹਿਬ ਦੇ ਮੇਲੇ ਤੋਂ ਪਹਿਲਾਂ ਇੱਥੇ ਪਹਿਲਾ ਮੇਲਾ ਲੱਗਦਾ ਹੈ ਮਰਿੰਡੇ ਦੀ। ਸੋ ਕੋਤਵਾਲੀ ਸਾਹਿਬ ਜਿੱਥੇ ਅਸਥਾਨ ਹੈ, ਉੱਥੇ ਜਾ ਕੇ ਇਹਨਾਂ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਰੱਖ ਲਿਆ ਹੈ। ਤੇ ਦੋਹਾਂ ਭਰਾਵਾਂ ਨੇ ਵਿਚਾਰ ਕੀਤੀ, ਇੱਕ ਨੇ ਆਖਿਆ ਵੀ ਤੂੰ ਇੱਥੇ ਰਹਿ ਜਾ, ਤੇ ਦੂਜਾ ਕਹਿੰਦਾ ਮੈਂ ਇਸੇ ਪ੍ਰਕਾਰ ਸਰਹੰਦ ਜਾਣਾ ਆ, ਵੀ ਤੂੰ ਇਹਨਾਂ ਨੂੰ ਸਾਂਭ ਕਿਤੇ ਚਲੇ ਨਾ ਜਾਣ। ਇੱਕ ਭਰਾ ਉੱਥੇ ਰੁਕ ਗਿਆ ਤੇ ਇੱਕ ਮਰਿੰਡੇ ਤੋਂ ਸਰਹੰਦ ਨੂੰ ਚਲਾ ਗਿਆ ਹੈ। ਉਹਨਾਂ ਨੇ ਜਾ ਕਰਕੇ ਵਜ਼ੀਰ ਖਾਨ ਨੂੰ ਆਖਿਆ, ਖਾਨ ਸਾਹਿਬ ਤੁਹਾਡੇ ਲਈ ਚੰਗੀ ਖਬਰ ਲੈ ਕੇ ਆਏ ਆ। ਵਜ਼ੀਰਾ ਕਹਿੰਦਾ ਕਿਹੜੀ ਖਬਰ ਲੈ ਕੇ ਆਏ ਹੋ, ਇੰਨੇ ਸਾਲ ਹੋ ਗਏ ਕੋਈ ਚੰਗੀ ਖਬਰ ਨਹੀਂ ਸੁਣੀ। ਆਖਿਆ ਗੁਰੂ ਤਾਂ ਨਹੀਂ, ਪਰ ਗੁਰੂ ਦੇ ਛੋਟੇ ਪੁੱਤਰ ਤੇ ਉਹਨਾਂ ਦੀ ਮਾਤਾ ਸਾਡੇ ਕਬਜ਼ੇ ਵਿੱਚ ਹੈ।
ਇਹ ਸੁਣ ਕੇ ਵਜ਼ੀਰ ਖਾਨ ਦੇ ਕੰਨ ਖੜੇ ਹੋ ਗਏ ਤੇ ਉਹਨੇ ਆਖਿਆ ਮੈਨੂੰ ਫੜਾਓ, ਗ੍ਰਿਫਤਾਰ ਕਰਾਓ, ਕਿੱਥੇ ਨੇ ਉਹਨਾਂ ਦੇ ਪੁੱਤਰ ਤੇ ਉਹਨਾਂ ਦੀ ਮਾਤਾ। ਇਸ ਪ੍ਰਕਾਰ ਜਾਨੀ ਖਾਂ ਤੇ ਮਾਨੀ ਖਾਂ ਨੇ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਸੂਬੇ ਸਰਹੰਦ ਦੇ ਹਵਾਲੇ ਕੀਤਾ। ਜਿਸ ਤਰ੍ਹਾਂ ਉੱਥੇ ਕਲਾ ਵਾਪਰੇਗੀ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਬਾਰੇ ਆਪਾਂ ਇੰਨਾ ਕੀ ਸੁਣਿਆ ਵੀ ਉਹਨਾਂ ਨੂੰ ਨੀਹਾਂ 'ਚ ਚਿਣਿਆ ਗਿਆ, ਪਰ ਜੋ ਦੁੰਨਾ ਸਿੰਘ ਹੰਡੂਰੀਏ ਨੇ ਲਿਖਿਆ ਨਾ ਉਹ ਕੁਝ ਹੋਰ ਹੀ ਹੈ। ਜਿਹੜੀ ਗੱਲ ਬਹੁਤੀ ਪ੍ਰਗਟ ਨਹੀਂ ਹੋਈ, ਦੁੰਨਾ ਸਿੰਘ ਹੰਡੂਰੀਆ ਮਹਾਰਾਜ ਕਲਗੀਧਰ ਜੀ ਦਾ ਵਾਕਿਆ ਨਵੀਸ ਸੀਗਾ। ਸਤਿਗੁਰਾਂ ਨੇ ਉਹਨੂੰ ਹੁਕਮ ਕੀਤਾ ਸੀ ਵੀ ਜੋ ਕੁਝ ਵਾਪਰੇਗਾ ਤੂੰ ਲਿਖਣਾ ਆ। ਉਹ ਆਨੰਦਪੁਰ ਸਾਹਿਬ ਤੋਂ ਚੱਲਿਆ ਮਹਾਰਾਜ ਦੇ ਨਾਲ, ਹਜ਼ੂਰ ਦਾ ਹੁਕਮ ਸੀ ਸਾਡੇ ਕਾਫਲੇ 'ਚ ਨਹੀਂ ਵੜਨਾ, ਤੂੰ ਬਾਹਰੋਂ ਵੇਖਣਾ ਸਾਰਾ ਕੁਝ ਵੀ ਕੀ ਕੁਝ ਹੋ ਰਿਹਾ। ਦੁੰਨਾ ਸਿੰਘ ਹੰਡੂਰੀਆ ਚਮਕੌਰ ਸਾਹਿਬ ਤੱਕ ਮਹਾਰਾਜ ਦੇ ਨਾਲ ਰਿਹਾ, ਉਹਨੇ ਸਾਰਾ ਕੁਝ ਵੇਖਿਆ, ਉਹੀ ਲਿਖਿਆ। ਇਸ ਤੋਂ ਬਾਅਦ ਉਹ ਸਰਹੰਦ ਆਇਆ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਨਾ, ਉਹਦੀਆਂ ਅੱਖਾਂ ਦੇ ਸਾਹਮਣੇ ਹੋਈ ਤੇ ਦੁੰਨਾ ਸਿੰਘ ਹੰਡੂਰੀਏ ਨੇ ਜੋ ਕੁਝ ਲਿਖਿਆ ਉਹਨੇ ਅੱਖੀਂ ਡਿੱਠਾ ਹਾਲ ਲਿਖਿਆ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਾਕਿਆ ਨਵੀਸ ਹੋਣ ਕਰਕੇ ਗੁਰੂ ਸਾਹਿਬ ਦੀ ਡਾਇਰੀ ਲਿਖਦਾ ਰਿਹਾ, ਸਾਰਾ ਇਤਿਹਾਸ ਉਹ ਨਾਲ ਦੀ ਨਾਲ ਲਿਖਦਾ ਰਿਹਾ। ਇਸੇ ਤਰ੍ਹਾਂ ਇੱਕ ਹੋਰ ਕਵੀ ਸਨ, ਕਵੀ ਸੈਨਾਪਤੀ ਮਹਾਰਾਜ ਦੇ ਹਜ਼ੂਰੀ ਦਰਬਾਰੀ ਕਵੀ ਸਨ, ਉਹਨਾਂ ਨੇ ਵੀ ਬਹੁਤ ਕੁਝ ਲਿਖਿਆ। ਉਹ ਅੱਖੀਂ ਡਿੱਠਾ ਹੀ ਲਿਖਿਆ ਜੋ ਕੁਝ ਵੀ ਲਿਖਿਆ। ਸੋ ਇਸ ਪ੍ਰਕਾਰ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਵੇਗੀ, ਜੋ ਕੁਝ ਸਰਹੰਦ ਦੀ ਧਰਤੀ ਤੇ ਕਹਿਰ ਦੇ ਰੂਪ ਵਿੱਚ ਵਰਤੇਗਾ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਇਹ ਪ੍ਰਕਰਨ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸੇਵਕ ਜਾਣ ਕੇ ਖਿਮਾ ਕਰਨੀ ਜੀ। हे गोविंद हे गोपाल हे दयाल प्राणनाथ अनाथ सखे दीन दर्द निव हे समरथ अगम पूर्ण मोहे मया अंधकूप महाभयान नानक पार उतार आए प्रभ शरणागति कृपा निध दयाल एक अखर हर मन बसतो नानक होत निहा वाहिगुरु नाम जहाज है चढ़े सो उतरे पार जो शरदा कर सेम दे गुर पार उतारण हार जो शरदा कर सेम दे गुर पार उतारण हार। वाहिगुरु जी का खालसा वाहिगुरु जी की फतेह।